ਸੁੰਦਰ ਸ਼ਾਮ ਅਰੋੜਾ ਜੀ ਉਹਨਾਂ ਦੀਆਂ ਕਿਹਾ ਜਾ ਰਿਹਾ ਕਿ ਮੁਸ਼ਕਲਾਂ ਹੋਰ ਵੱਧ ਗਈਆਂ। ਇਹ ਆਰੋਪ ਹੈ ਵੀ ਇਹਨਾਂ ਨੇ ਮਿਲੀ ਭਗਤ ਕਰਕੇ ਆਪਣੇ ਜਿਹੜੇ ਦੁਰਵਰਤੋਂ ਕੀਤੀ ਆਪਣੇ ਅਹੁਦਿਆਂ ਦੀ ਤੇ ਗੁਲਮੋਹਰ ਟਾਊਨਸ਼ਿਪ ਕੰਪਨੀ ਦੇ ਮਾਲਕਾਂ ਨੂੰ ਇਹ ਫਾਇਦਾ ਪਹੁੰਚਾਇਆ। ਇਹ ਕਿਹਾ ਜਾ ਰਿਹਾ ਵੀ ਬਿਜਲੀ ਬੋਰਡ ਦਾ ਜਿਹੜਾ ਦਮ ਨਿਕਲ ਰਿਹਾ ਹੁਣ ਜਿਹੜਾ ਦੇਖੋ ਘਾਟਾ ਜੇ ਸਰਕਾਰ ਨੇ ਕਰੋੜਾਂ ਰੁਪਏ ਉਹਨਾਂ ਨੂੰ ਸਬਸਿਡੀ ਦੇ ਦੇਣੇ ਵੀ ਹੈ ਉਹ ਕਿਹਦੇ ਸਿਰ ਪੈਣੇ ਆ ਅਲਟੀਮੇਟਲੀ ਪੈਸੇ ਜਾਂ ਤੁਹਾਡੇ ਸਿਰ ਪੈਣੇ ਜਾਂ ਮੇਰੇ ਸਿਰ ਪੈਣੇ। ਫ੍ਰੀ ਇੱਥੇ ਕੁਝ ਨਹੀਂ ਆਂਦਾ। ਦੋਨਾਂ ਚੋਂ ਇੱਕ ਇਮਾਨਦਾਰ ਹੋ ਜੇ ਡਿਪਾਰਟਮੈਂਟ ਦੇ ਵਿੱਚ ਚਾਹੇ ਉਹ ਮੰਤਰੀ ਹੋਵੇ ਚਾਹੇ ਉਹ ਜਿਹੜਾ ਸੈਕਟਰੀ ਹੋਵੇ ਉਹ ਭ੍ਰਸ਼ਟਾਚਾਰ ਹੋ ਹੀ ਨਹੀਂ ਸਕਦਾ ਕਿਉਂਕਿ ਜਦੋਂ ਉੱਪਰ ਭ੍ਰਸ਼ਟਾਚਾਰ ਚੱਲ ਰਿਹਾ ਨਾ ਥੱਲੇ ਭ੍ਰਸ਼ਟਾਚਾਰ ਆਪੇ ਹੋਣਾ। ਅਧਿਕਾਰੀ ਲੱਗੇ ਹੋਏ ਨੇ ਜਿਹੜੇ ਕਿ ਰੰਗੇ ਹੱਥੀਂ ਫੜੇ ਗਏ ਉਹਨਾਂ ਨੂੰ ਤੁਸੀਂ ਘਰ ਭੇਜੋ ਡਿਸਮਿਸ ਕਰੋ ਨਾ ਵੀ ਕਿਉਂ ਤੁਹਾਡੀ ਉਹਨਾਂ ਦੀ ਪਾਲਿਸੀ ਲਿਬਰਲ ਕਿਉਂ ਜਾਂਦੀ ਹੈ ਵੀ ਜਦੋਂ ਤੁਸੀਂ ਵਿਪਕਸ਼ 'ਚ ਹੁੰਦੇ ਹੋ ਤੇ ਗੱਲਾਂ ਹੋਰ ਕਰਦੇ ਹੋ ਜਦੋਂ ਸੱਤਾ 'ਚ ਆ ਜਾਂਦੇ ਹੋ ਤਾਂ ਗੱਲਾਂ ਹੋਰ ਕਰਦੇ ਹੋ। ਉਹ ਕਹਿੰਦੇ ਵੱਡੇ ਵੱਡੇ ਲੋਕਾਂ ਦਾ ਭੁਲੇਖਾ ਲੋਕਾਂ ਨੇ ਕੱਢ ਦਿੱਤਾ ਕੀ ਜੀ ਹੈ ਉਹਨੇ ਵੀ ਪਹਿਲੇ ਕਾਂਗਰਸ ਨੇ ਗਲਤੀ ਕੀਤੀ ਸੀ ਵੀ ਕਾਂਗਰਸ ਨੇ ਇਹਨਾਂ ਲੀਡਰਾਂ ਨੂੰ ਪਾਰਟੀ ਠੇਕੇ ਤੇ ਦੇਤੀ ਸੀ। ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਾਂ ਇੰਦਰਜੀਤ। ਸਾਡੇ ਇਸ ਪ੍ਰੋਗਰਾਮ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਦੀਪਕ ਭੰਡਾਰੀ ਜੀ। ਭੰਡਾਰੀ ਸਾਹਿਬ ਨਮਸਕਾਰ ਜੀ। ਨਮਸਕਾਰ ਜੀ। ਭੰਡਾਰੀ ਸਾਹਿਬ ਸੁੰਦਰ ਸ਼ਾਮ ਅਰੋੜਾ ਜੀ ਉਹਨਾਂ ਦੀਆਂ ਕਿਹਾ ਜਾ ਰਿਹਾ ਕਿ ਮੁਸ਼ਕਲਾਂ ਹੋਰ ਵੱਧ ਗਈਆਂ ਤੇ ਕਈ IAS ਅਧਿਕਾਰੀਆਂ ਦੇ ਉੱਤੇ ਵੀ ਗਾਜ ਡਿੱਗ ਸਕਦੀ ਹੈ। ਨਹੀਂ ਦੇਖੋ ਉਹਨਾਂ ਦੀਆਂ ਮੁਸ਼ਕਲਾਂ ਤੇ ਪਹਿਲੇ ਹੀ ਵਧੀਆਂ ਹੋਈਆਂ ਹੁਣ ਇਸ ਕਰਕੇ ਵਧੀਆਂ ਕਿਉਂਕਿ ਜਦੋਂ ਇਹ ਮੰਤਰੀ ਬਣ ਜਾਂਦੇ ਨਾ ਤੇ ਉਦੋਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਆ ਜੀ। ਹੁਣ ਪਹਿਲੇ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਵੀ ਇਹ ਮਾਮਲਾ ਹੈਗਾ ਕੀ ਹੈ ਜਿਹਦੇ ਵਿੱਚ ਸੁੰਦਰ ਸ਼ਾਮ ਅਰੋੜਾ ਦੇ ਨਾਲ ਇੱਕ IAS ਅਧਿਕਾਰੀ ਨੀਲਮਾ ਤੇ ਹੋਰ ਨੇ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਜੀ। ਦੇਖੋ ਕਿਸ ਤਰ੍ਹਾਂ ਇਹ ਸਾਰਾ ਖੇਡ ਚੱਲਦਾ ਹੈ ਵੀ ਸਰਕਾਰ ਇਹ ਆਪਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਵੈਸੇ ਤੇ ਸਰਕਾਰ ਹੁੰਦਾ ਕੌਣ ਹੈ ਸਰਕਾਰ ਇਹੋ ਹੀ ਹੁੰਦੇ ਮੰਤਰੀ ਇਹੋ ਹੀ ਸਰਕਾਰ ਚਲਾਉਂਦੇ ਨੇ ਤੇ IAS ਅਧਿਕਾਰੀ ਇਹੋ ਹੀ ਸਰਕਾਰ ਚਲਾਉਂਦੇ ਨੇ ਪਰ ਜਦੋਂ ਇਹ ਆਪਣੇ ਹਿੱਤਾਂ ਨੂੰ ਮੁੱਖ ਰੱਖਦੇ ਨੇ ਤੇ ਉਹ ਸਰਕਾਰ ਦਾ ਯਾਨੀ ਕਿ ਸਟੇਟ ਦਾ ਨੁਕਸਾਨ ਕਰਦੇ ਨੇ ਉਦੋਂ ਫਿਰ ਇਹ ਕੀ ਰੂਪ ਬਣ ਜਾਂਦਾ ਇਹਨਾਂ ਦਾ ਸਮੇਂ ਤੋਂ ਪਰੇ ਹੈ। ਇਹ ਮਾਮਲਾ ਹੈਗਾ ਇੱਕ 1987 ਦੇ ਵਿੱਚ ਇੱਕ ਪਲਾਟ ਡਿਵੈਲਪਰ ਨੂੰ ਇੱਕ ਪਲਾਟ ਸੀਗਾ ਜਿਹੜੀ ਕਿ ਉੱਥੇ ਬਣਨੀ ਸੀਗੀ ਇੰਡਸਟਰੀ ਹੱਬ ਬਣਨਾ ਸੀ ਮਤਲਬ ਛੋਟੀ ਛੋਟੀ ਇੰਡਸਟਰੀਜ਼ ਉੱਥੇ ਆਣੀ ਸੀ 25 ਏਕੜ ਜਗ੍ਹਾ ਜਿਹੜੀ ਉਹ ਦਿੱਤੀ ਗਈ ਸੀ। ਹੁਣ ਜਿਹਦੇ ਵਾਸਤੇ ਉਹ ਜਗ੍ਹਾ ਦਿੱਤੀ ਗਈ ਇਹਨਾਂ ਨੇ ਉਹ ਜਗ੍ਹਾ ਨੂੰ ਤਬਦੀਲ ਕਰਕੇ ਇੱਕ ਰੀਅਲ estate ਕੰਪਨੀ ਨੂੰ ਦੇਤਾ ਤੇ ਪਲਾਟ ਕੱਟ ਕੇ ਇੱਕ ਟਾਊਨਸ਼ਿਪ ਜਿਹੜੀ ਹੈ ਉਹ ਬਣਾਉਣ ਦੀ ਉਹਦੀ ਵੀ ਜਿਹੜੀ ਮਨਜ਼ੂਰੀ ਦੇ ਦਿੱਤੀ। ਹੁਣ ਇਸੇ ਕੇਸ ਦੇ ਵਿੱਚ ਇਹ ਹੈਗਾ ਡਿਵੈਲਪਰ ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ਇਹਦੇ ਮਾਲਕਾਂ ਦੇ ਭਾਈਵਾਲਾਂ ਨੂੰ ਵੀ ਇਹ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਨੇ ਇਹਦੇ 'ਚ 7 ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਿਹੜੇ ਨੇ ਅੰਕੁਰ ਚੌਧਰੀ ਇਹ ਸਟੇਟ ਅਫਸਰ ਸਨ ਉਦੋਂ ਦਵਿੰਦਰਪਾਲ ਸਿੰਘ ਇਹ GM ਪਰਸਨਲ ਸਨ ਇਹ JS ਭਾਟੀਆ ਚੀਫ ਜਨਰਲ ਮੈਨੇਜਰ ਸਨ ਅਮੀਸ਼ਾ ਅਗਰਵਾਲ ਇਹ ATP ਸਨ ਪਰਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਸਨ ਰਜਤ ਕੁਮਾਰ ਇਹ DA ਸਨ ਤੇ ਸੰਦੀਪ ਸਿੰਘ ਇਹਨਾਂ ਨੂੰ ਵੀ ਇਹ SDE ਸੀਗੇ ਇਹਨਾਂ ਨੂੰ ਜਿਹੜਾ ਉਹ ਕੱਲ ਫੜ ਲਿੱਤਾ ਗਿਆ। ਹੁਣ ਇਹਦੇ ਚ ਮਾਮਲਾ ਜਿਹੜਾ ਜਿਹਦੇ ਤੇ ਬਵਾਲ ਮਚ ਰਿਹਾ ਜਿਹਦੇ ਤੇ IAS ਲੌਬੀ ਨੇ ਵੀ ਸਵਾਲ ਚੁੱਕੇ ਨੇ ਉਹ ਇਸ ਕਰਕੇ ਚੁੱਕੇ ਨੇ ਕਿਉਂਕਿ ਇਹਦੇ ਦੇ ਵਿੱਚ ਨਾਮ ਜਿਹੜੇ ਤੇ ਮਾਮਲਾ ਦਰਜ ਹੋਇਆ ਉਹ ਹੈਗੀ ਨੇ ਮੈਡਮ ਨੀਲਿਮਾ ਉਹ ਹੈਗੇ ਨੇ 2008 ਦੇ ਬੈਚ ਦੇ ਅਧਿਕਾਰੀ ਨੇ। ਮੈਂ ਉਹ ਵੀ ਤੁਹਾਨੂੰ ਸਾਰੀ ਡਿਟੇਲ ਚ ਦੱਸਾਂਗਾ ਨਾਲ ਤੁਹਾਨੂੰ ਦੱਸ ਦਿਆਂ ਸਰਕਾਰ ਨੇ ਉਦੋਂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਵਾਸਤੇ 1987 ਦੇ ਵਿੱਚ ਸਰਕਾਰ ਨੇ ਇੱਕ ਪਾਲਿਸੀ ਲਿਆਂਦੀ ਸੀ ਉਹਦਾ ਨਾਮ ਰੱਖਿਆ ਹੈ ਨਾ ਆਨੰਦ ਲੈਂਪਸ ਲਿਮਟਿਡ ਕੰਪਨੀ ਨੂੰ ਇੱਕ ਡੀਡ ਦੇ ਰਾਹੀਂ ਵਿਕਰੀ ਡੀਡ ਕੀਤੀ ਉਹਦੇ ਨਾਲ 25 ਏਕੜ ਜ਼ਮੀਨ ਅਲਾਟ ਕੀਤੀ ਸੀ ਜਿਹੜੀ ਬਾਅਦ ਦੇ ਵਿੱਚੋਂ ਸਿਗਨੀਫਾਈ ਇਨੋਵੇਸ਼ਨ ਨਾਂ ਦੀ ਫਰਮ ਨੂੰ ਤਬਦੀਲ ਕਰਤੀ ਗਈ ਸੀ। ਇਹ ਪਲਾਟ ਫਿਰ ਜਿਹੜਾ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਹੈ ਜੇ ਕਿ ਉਹਨਾਂ ਕੋਲ ਇਤਰਾਜ਼ਹੀਨਤਾ ਦਾ ਸਰਟੀਫਿਕੇਟ ਉਹ ਲੈਣਾ ਹੁੰਦਾ ਉਸ ਤੋਂ ਬਾਅਦ ਸਿਗਨੀਫਾਈ ਇਨੋਵੇਸ਼ਨ ਨੇ ਵਿਕਰੀ ਡੀਡ ਰਾਹੀਂ ਗੁਲਮੋਹਰ ਟਾਊਨਸ਼ਿਪ ਨੂੰ ਇਹ ਵੇਚਤਾ ਜੀ। ਹੁਣ ਦੇਖੋ ਉਦੋਂ ਮੰਤਰੀ ਸਨ ਸੁੰਦਰ ਸ਼ਾਮ ਅਰੋੜਾ 17/3/2021 ਨੂੰ ਪਲਾਟ ਦੀ ਹੋਰ ਵੰਡ ਲਈ ਗੁਲਮੋਹਰ ਟਾਊਨਸ਼ਿਪ ਤੋਂ ਇੱਕ ਚਿੱਠੀ ਮਿਲਦੀ ਹੈ ਜਿਹੜੇ MD ਹੁੰਦੇ ਨੇ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਉਹਨਾਂ ਨੂੰ ਇੱਕ ਚਿੱਠੀ ਭੇਜ ਦਿੱਤੀ ਜਾਂਦੀ ਹੈ ਤੇ ਇਹ ਜਿਹੜੀ ਗੁਲਮੋਹਰ ਟਾਊਨਸ਼ਿਪ ਹੈ ਇਹਦੀ ਜਿਹੜੀ ਸਾਰੀ ਜਿਹੜੇ ਮਾਮਲੇ ਦੀ ਘੋਖ ਕਰਨ ਵਾਸਤੇ ਇੱਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਜਾਂਦਾ ਜਿਹਦੇ ਵਿੱਚ
ਐਸਪੀ ਸਿੰਘ ਕਾਰਜਕਾਰੀ ਡਾਇਰੈਕਟਰ, ਅੰਕੁਰ ਚੌਧਰੀ ਸਟੇਟ ਅਫਸਰ, ਸੁਖਦੀਪ ਸਿੰਘ ਸਿੱਧੂ, ਦਵਿੰਦਰਪਾਲ ਸਿੰਘ ਜੀਐਮ ਪਰਸਨਲ, ਜਿਵੇਂ ਤੇਜਵੀਰ ਸਿੰਘ ਡੀਟੀਪੀ ਜਿਨ੍ਹਾਂ ਦੀ ਕਿ ਹੁਣ ਮੌਤ ਹੋ ਚੁੱਕੀ ਹੈ ਜੀ, ਜੀਐਸ ਭਾਟੀਆ ਚੀਫ ਜਨਰਲ ਮੈਨੇਜਰ ਤੇ ਆਸ਼ੀਮਾ ਅਗਰਵਾਲ ਤੇ ਪਰਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਤੇ ਰਜਤ ਡੀਏ ਦੇ ਨਾਲ ਸੰਦੀਪ ਸਿੰਘ, ਇਹ ਵੀ ਨਾਲ ਉਹਦੇ ਸ਼ਾਮਲ ਹੁੰਦੇ ਨੇ। ਤੇ ਐਸਪੀ ਸਿੰਘ ਦੀ ਅਗਵਾਈ 'ਚ ਇੱਕ ਕਮੇਟੀ ਬਣਦੀ ਹੈ। ਇਹ ਜਿਹੜਾ ਨਾ ਇੱਕ ਰਿਪੋਰਟ, ਪ੍ਰੋਜੈਕਟ ਰਿਪੋਰਟ, ਆਰਟੀਕਲ ਆਫ ਐਸੋਸੀਏਸ਼ਨ ਐਂਡ ਐਸੋਸੀਏਸ਼ਨ ਦੇ ਮੈਮੋਰੰਡਮ ਦੇ ਨੋਟਿਸ ਲੈ ਬਿਨਾਂ ਹੀ ਗੁਲਮੋਹਰ ਟਾਊਨਸ਼ਿਪ ਨੂੰ 12 ਪਲਾਟਾਂ ਤੋਂ 125 ਪਲਾਟ ਵੰਡਣ ਦੀ ਤਜਵੀਜ਼ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ। ਤੁਸੀਂ ਦੇਖੋ ਕਿੰਨੀ ਆਸਾਨ ਸਥਿਤੀ ਹੈ ਵੀ ਜਿਹੜੀ ਪਹਿਲੇ ਸਕੀਮ ਹੋਈ 1987 ਦੇ ਵਿੱਚ, ਉਹ ਹੁੰਦੀ ਹੈ 25 ਏਕੜ ਦੀ ਸਕੀਮ ਤੇ ਇੰਨੇ ਹੀ 12 ਪਲਾਟ ਹੁੰਦੇ, ਪਰ ਉਹਨੂੰ ਬਾਅਦ ਚੋਂ 125 ਪਲਾਟਾਂ ਦੇ ਵਿੱਚ ਤਬਦੀਲ ਕਰਤਾ ਜਾਂਦਾ ਹੈ ਜੀ। ਹੁਣ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਨਗਰ ਨਿਗਮ, ਬਿਜਲੀ ਬੋਰਡ, ਫੋਰੈਸਟ ਡਿਪਾਰਟਮੈਂਟ, ਫਾਇਰ ਬ੍ਰਿਗੇਡ, ਇਹਨਾਂ ਦੀ ਸਲਾਹ ਲਈ ਨਹੀਂ ਗਈ। ਇਹਨਾਂ ਦੀ ਜਿਹੜੀ ਹੈ ਟਾਊਨਸ਼ਿਪ ਸੰਬੰਧੀ ਤਵੀਜ਼ ਦੀ ਸਿਫਾਰਿਸ਼ ਜਿਹੜੀ ਹੈ ਇਹ ਵੀ ਪ੍ਰਵਾਨ ਕਰ ਦਿੱਤੀ ਜਾਂਦੀ ਹੈ। ਹੁਣ ਫੋਰੈਂਸਿਕ ਇਹ ਸਾਰਾ ਮਾਮਲਾ ਜਦੋਂ ਸਾਹਮਣੇ ਆਉਂਦਾ ਤੇ ਹੁਣ ਮਾਨ ਸਰਕਾਰ ਹੈ ਤੇ ਸਾਹਮਣੇ ਆਇਆ ਵੀ ਕਿਸ ਤਰ੍ਹਾਂ ਕਿੱਥੇ ਚੋਰੀ ਹੋਈ ਹੈ। ਇਹਦੀ ਫੋਰੈਂਸਿਕ ਲੈਬ ਵੀ ਕਰਾਈ ਤੋਂ ਜਾਂਚ ਵੀ ਕਰਾਈ ਜਾਂਦੀ ਹੈ ਤੇ ਪਾਇਆ ਜਾਂਦਾ ਹੈ ਕਿ ਕੁਝ ਜਿਹੜੇ ਡਾਕੂਮੈਂਟਸ ਨੇ ਉਹ ਉੱਥੋਂ ਗਾਇਬ ਨੇ ਜੀ, ਮਤਲਬ ਉਹਦੇ ਨਾਲ ਛੇੜਛਾੜ ਹੋਈ ਹੈ। ਹੁਣ ਦੇਖੋ ਵੀ ਕਿਸ ਤਰ੍ਹਾਂ ਇਹ 1987 ਦੀ ਡੀਡ ਦੇ ਅਨੁਸਾਰ ਇਹ ਪਲਾਟ ਜਿਹੜਾ ਇਹ ਸਿਰਫ ਤੇ ਸਿਰਫ ਇੰਡਸਟਰੀ ਉਦੇਸ਼ਾਂ ਲਈ ਵਰਤਿਆ ਜਾ ਸਕਦਾ, ਪਰ ਜਿਹੜੀ ਗੁਲਮੋਹਰ ਟਾਊਨਸ਼ਿਪ ਹੀ ਉਹਦੀ ਨਾ ਤੇ ਕੋਈ ਦਾ ਪਿਛੋਕੜ ਸੀਗਾ ਵੀ ਉਹ ਕੋਈ ਇਸ ਤਰ੍ਹਾਂ ਦੀ ਇੰਡਸਟਰੀ ਇਦਾਂ ਲਾਏਗੀ, ਉਹ ਤੇ ਟਾਊਨਸ਼ਿਪ ਕੰਪਨੀ ਸੀਗੀ, ਉਹਨੂੰ ਹੀ ਇਹਨਾਂ ਨੇ ਇਹ ਦੇ ਦਿੱਤਾ। ਮਤਲਬ ਕਹਿ ਲਓ ਕਿ ਨਿਯਮਾਂ ਨੂੰ ਤਾਕ ਤੇ ਰੱਖ ਕੇ ਇਹਦੇ ਨਾਲ ਨਹੀਂ, ਇਹ ਪਲਾਟ ਤੋਂ ਜਿਹੜੀ 20 ਰੁਪਏ ਦੀ ਫੀਸ ਪ੍ਰਤੀ ਗਜ ਤੇ 3 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਵਸੂਲੀ ਜਾਣੀ ਸੀ, ਜਿਹੜੀ ਕਿ 1,21,000 ਵਰਗ ਗਜ ਲਈ 1,52,25,000 ਰੁਪਏ ਬਣਦੀ ਸੀ। ਪਰ ਇਹ ਦੇਖੋ ਨਾ, ਜਿਹੜੀ ਫਰਮ ਤੇ ਆਰੋਪ ਲੱਗਿਆ ਉਹਨਾਂ ਨੇ ਦਰਖਾਸਤ ਦੇ ਨਾਲ ਹੀ 27,83,000 ਰੁਪਏ ਦਾ ਇੱਕ ਪੇ ਆਰਡਰ ਨੱਥੀ ਕਰ ਦਿੱਤਾ, ਜਦਕਿ ਡਿਪਾਰਟਮੈਂਟ ਵੱਲੋਂ ਕੋਈ ਵੀ ਅਜਿਹੀ ਮੰਗ ਨਹੀਂ ਕੀਤੀ ਗਈ ਸੀ ਵੀ ਤੂੰ ਪੈਸੇ ਜਮ੍ਹਾਂ ਕਰ। ਸਰਕਾਰ ਨੂੰ ਉਹਦੇ ਨਾਲ 1,23,42,000 ਰੁਪਏ ਦਾ ਜਿਹੜਾ ਉਹ ਨੁਕਸਾਨ ਹੋਇਆ। ਹੁਣ ਪੜਤਾਲ ਹੋਈ, ਹੁਣ ਜੇਕਰ ਇਹ ਪਲਾਟ ਸੂਬਾ ਸਰਕਾਰ ਦੀਆਂ ਹਦਾਇਤਾਂ ਤੇ ਨਿਯਮਾਂ ਦੇ ਅਨੁਸਾਰ ਵੇਚੇ ਜਾਂਦੇ ਤੇ ਇਹ ਪਲਾਟਾਂ ਦੀ ਜਿਹੜੀ ਕੀਮਤ ਆ ਇਹ 600 ਤੋਂ 700 ਕਰੋੜ ਰੁਪਏ ਦੀ ਬਣਦੀ ਹੈ। ਤੇ ਗੁਲਮੋਹਰ ਟਾਊਨਸ਼ਿਪ ਵੱਲੋਂ 125 ਪਲਾਟਾਂ ਦੀ ਵਿਕਰੀ ਸਮੇਂ ਖਰੀਦਦਾਰ ਧਿਰ ਤੋਂ ਕੋਈ ਜਿਹੜਾ ਰਿਪੋਰਟ, ਪ੍ਰੋਜੈਕਟ ਰਿਪੋਰਟ, ਆਰਟੀਕਲ ਆਫ ਐਸੋਸੀਏਸ਼ਨ ਐਂਡ ਮੈਮੋਰੰਡਮ ਆਫ ਐਸੋਸੀਏਸ਼ਨ ਦੀ ਮੰਗ ਨਹੀਂ ਕੀਤੀ ਗਈ। ਸਾਰੇ ਪਲਾਟ ਜਿਹੜੇ ਆ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਵੇਚੇ ਗਏ, ਜਿਹਦੇ ਕਰਕੇ ਇਹ ਮਾਮਲਾ ਦਰਜ ਹੋਇਆ। ਹੁਣ ਦੇਖੋ ਕਿੱਡੀ ਉਦੋਂ ਮੈਡਮ ਨੀਲਿਮਾ ਸੀਗੇ, ਐਮਡੀ ਸੀਗੇ ਤੇ ਮੰਤਰੀ ਸਨ ਸੁੰਦਰ ਸ਼ਾਮ ਅਰੋੜਾ। ਇਹ ਆਰੋਪ ਹੈ ਵੀ ਇਹਨਾਂ ਨੇ ਮਿਲੀ ਭਗਤ ਕਰਕੇ ਆਪਣੇ ਜਿਹੜੇ ਦੁਰਵਰਤੋਂ ਕੀਤੀ ਆਪਣੇ ਅਹੁਦਿਆਂ ਦੀ ਤੇ ਗੁਲਮੋਹਰ ਟਾਊਨਸ਼ਿਪ ਕੰਪਨੀ ਦੇ ਮਾਲਕਾਂ ਨੂੰ ਇਹ ਫਾਇਦਾ ਪਹੁੰਚਾਇਆ, ਜਿਹਦੇ ਚ ਨੇ ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਤੇ ਰਕੇਸ਼ ਕੁਮਾਰ ਸ਼ਰਮਾ, ਇਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕੀਤੀ। ਇਸ ਲਈ ਪੰਜਾਬ ਜਿਹੜੀ ਹੈ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਹੈ, ਇਹਨਾਂ ਦੇ ਜਿਹੜੇ ਕਈ ਅਧਿਕਾਰੀ ਇਹਨਾਂ ਦੇ ਮਾਮਲਾ ਦਰਜ ਹੋ ਗਿਆ। ਨੀਲਿਮਾ ਜਿਹੜੇ ਮੈਡਮ ਨੇ IAS ਅਧਿਕਾਰੀ ਨੇ ਉਹਨਾਂ ਤੇ ਵੀ ਮਾਮਲਾ ਦਰਜ ਹੋ ਗਿਆ। ਹੁਣ ਜਿਹੜੀ ਇਸ ਤੋਂ ਬਾਅਦ ਜਿਹੜੀ ਹਾਸੋ ਹੋਣੀ ਜਿਹੜੀ ਦੇਖੋ ਸਥਿਤੀ ਬਣੀ ਹੈ, ਮੈਂ ਪਹਿਲੇ ਤੁਹਾਨੂੰ ਦੱਸ ਦਿਆਂ ਵੀ ਧਾਰਾ 13A 13(2) ਤੇ 409 420 465 467 468 471 120B ਦੇ ਤਹਿਤ ਇਹ ਮਾਮਲਾ ਜਿਹੜਾ ਦਰਜ ਹੋਇਆ ਹੈ। ਤੇ ਹੁਣ ਇਹ ਵੀ ਦੇਖਣਾ ਜਾਏਗਾ ਵੀ ਹੋਰ ਕਿਹੜੇ ਲੋਕ ਇਹਦੇ ਵਿੱਚ ਸ਼ਾਮਿਲ ਹੈ, ਆਉਣ ਵਾਲੇ ਸਮੇਂ ਤੇ ਉਹਨਾਂ ਦੇ ਵਿੱਚ ਤੇ ਵੀ ਮਾਮਲਾ ਦਰਜ ਹੋਏਗਾ। ਤੁਸੀਂ ਦੇਖੋ ਹੁਣ IAS ਜਿਹੜੀ ਹੈ ਲੌਬੀ, ਉਹਨਾਂ ਨੂੰ ਪਰੇਸ਼ਾਨੀ ਖੜੀ ਹੋ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਨੀਲਿਮਾ ਜਿਹੜੇ IAS ਅਧਿਕਾਰੀ ਨੇ 2008 ਬੈਚ ਦੇ, ਉਹਨਾਂ ਦੇ ਉੱਤੇ ਮਾਮਲਾ ਦਰਜ ਕਰਨ ਤੋਂ ਪਹਿਲਾਂ ਅੰਡਰ ਸੈਕਸ਼ਨ 17A ਆਫ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀ ਪਰਮਿਸ਼ਨ ਲਈ ਗਈ ਜਾਂ ਨਹੀਂ ਲਈ ਗਈ। ਪਰ ਵਿਜੀਲੈਂਸ ਦੇ ਅਧਿਕਾਰੀਆਂ ਦਾ ਕਹਿਣਾ ਜਦੋਂ ਫਾਈਲਾਂ ਨਾਲ ਛੇੜਛਾੜ ਹੋਈ ਹੈ ਤੇ ਇਹ ਸਾਬਤ ਹੋਇਆ ਫੋਰੈਂਸਿਕ ਰਿਪੋਰਟ ਚੋਂ ਕਿ ਕੁਝ ਉਹਦੇ 'ਚ ਕੁਝ ਬਦਲੇ ਗਏ ਪੰਨੇ ਇਸ ਕੇਸ ਦੇ ਵਿੱਚ, ਇਸ ਕਰਕੇ ਇਹਦੀ ਜ਼ਰੂਰਤ ਹੀ ਮਹਿਸੂਸ ਨਹੀਂ ਹੁੰਦੀ। ਹੁਣ ਕੀ ਇਹ ਬਹੁਤ ਵੱਡਾ ਸਵਾਲ ਹੈ ਵੀ ਕੀ IAS ਅਧਿਕਾਰੀ ਜਿਹੜੇ ਲੌਬੀ ਹੈ ਉਹ ਇਸ ਚੀਜ਼ ਦਾ ਜਿਹੜਾ ਇਹ ਵੈਸੇ ਲਾਅ ਹੈਗਾ ਪੁਰਾਣਾ ਤੇ ਇਹਦੇ 'ਚ ਅਮੈਂਡਮੈਂਟ ਕੀਤੀ ਗਈ ਸੀ। ਵੈਸੇ ਇਹ ਲਾਅ ਹੈ 1988 ਦਾ,
ਤੇ 2018 ਦੇ ਵਿੱਚ ਇਹਦੀ ਅਮੈਂਡਮੈਂਟ ਕੀਤੀ ਗਈ ਸੀ ਤੇ ਇਹਦਾ ਮਤਲਬ ਇਹ ਸੀ ਵੀ ਜਦੋਂ ਸਰਕਾਰਾਂ ਕੁਝ ਫੈਸਲੇ ਲੈਂਦੀਆਂ ਤੇ ਕੁਝ ਫੈਸਲੇ ਅਜਿਹੇ ਲਏ ਜਾਂਦੇ ਆ ਅਫਸਰ ਜਿਹੜੀਆਂ ਹੋ ਸਕਦਾ ਆਉਣ ਵਾਲੀ ਸਰਕਾਰਾਂ ਨੂੰ ਚੰਗੇ ਨਾ ਲੱਗਦੇ ਹੋਣ ਤੇ ਉਦੋਂ ਇਹ ਨਾ ਹੋਵੇ ਵੀ ਲੀਡਰ ਤੇ ਕਾਰਵਾਈ ਕਰਨ ਦੀ ਬਜਾਏ ਕੋਈ ਅਫਸਰ ਫਸਾਤਾ ਜਾਵੇ। ਇਸ ਕਰਕੇ ਇਹ ਆਈਏਐਸ ਅਫਸਰ ਤੇ ਗਾਜ ਨਾ ਡਿੱਗੇ। ਇਹ ਜਿਹੜਾ ਐਕਟ ਬਣਾਇਆ ਐਕਟ 'ਚ ਅਮੈਂਡਮੈਂਟ ਕੀਤੀ ਸੀ, ਯਾਨੀ ਕਿ ਐਕਟ ਦੇ ਵਿੱਚ ਬਦਲਾਵ ਕੀਤਾ ਸੀਗਾ, ਪਰ ਅਫਸਰਾਂ ਨੇ ਇਹਨੂੰ ਆਪਣੀ ਢਾਲ ਬਣਾ ਲਿਆ। ਮਤਲਬ ਜੇ ਡਾਕੂਮੈਂਟਸ 'ਚ ਛੇੜਛਾੜ ਕੀਤੀ ਹੈ, ਫੋਰਜਰੀ ਕੀਤੀ ਹੈ ਤੇ ਫਿਰ ਮਨਜ਼ੂਰੀ ਲੈਣ ਦੀ ਲੋੜ ਹੀ ਨਹੀਂ ਹੁੰਦੀ, ਕਿਉਂਕਿ ਫੋਰੈਂਸਿਕ ਜਾਂਚ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਵੀ ਸਾਹਮਣੇ ਆ ਚੁੱਕਿਆ ਹੈ ਵੀ ਕੁਝ ਪੇਪਰ ਵੀ ਗਾਇਬ ਮਿਲੇ ਨੇ। ਪਰ ਸਭ ਤੋਂ ਜਿਹੜਾ ਵੱਡਾ ਸਵਾਲ ਇਹ ਹੈ ਨਾ, ਹੁਣ ਇਹਨਾਂ ਨੇ ਕਿਸ ਤਰ੍ਹਾਂ ਆਪਣੀ ਦੇਖੋ ਪੰਜਾਬ ਦੇ ਜਿਹੜਾ ਸਰਕਾਰ ਪੈਸਾ ਖਜ਼ਾਨੇ 'ਚ ਆਉਣਾ ਚਾਹੀਦਾ। ਕਿਹਾ ਜਾਂਦਾ ਵੀ 3 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਇਹ ਲੀਡਰ ਜਿਹੜੇ ਹੈ ਨਾ ਤੇ ਕੁਝ ਜਿਹੜੇ ਭ੍ਰਸ਼ਟ ਅਧਿਕਾਰੀ ਹੈ, ਅਸੀਂ ਨਹੀਂ ਕਹਿੰਦੇ ਵੀ ਸਾਰੇ ਭ੍ਰਸ਼ਟ ਹੈ, ਪਰ ਕੁਝ ਜਿਹੜੇ ਹੈ ਜਿਨ੍ਹਾਂ ਨੂੰ ਆਪਣਾ ਵੀ ਲਾਲਚ ਆ ਜਾਂਦਾ ਹੈ, ਉਹ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਨੇ। ਤੁਸੀਂ ਦੇਖੋ ਇਹ ਸੰਵਿਧਾਨ ਦੀ ਸਹੁੰ ਖਾਂਦੇ ਨੇ, ਸਹੁੰ ਖਾਣ ਦੇ ਬਾਵਜੂਦ ਵੀ ਇਹਨਾਂ ਨੂੰ ਕੋਈ ਜਿਹੜਾ ਹੈ ਉਹਦਾ ਡਰ ਨਹੀਂ ਰਹਿੰਦਾ ਉਸ ਪ੍ਰਮਾਤਮਾ ਦਾ। ਮੈਂ ਸੁਣ ਰਿਹਾ ਸੀ ਕੱਲ ਭਗਵੰਤ ਮਾਨ ਉਹਨਾਂ ਦੀ ਹੀ ਇੱਕ, ਉਹ ਕਹਿੰਦੇ ਵੀ ਜਿਹੜੇ ਇਹ ਪੈਸਾ ਲੁੱਟੀ ਜਾ ਰਹੇ ਨਾ ਦੋ ਹੱਥੀ, ਵੀ ਸ਼ਾਇਦ ਇਹਨਾਂ ਦੀ ਧਰਮਰਾਜ ਨਾਲ ਸਿੱਧੀ ਗੱਲ ਹੋ ਗਈ ਹੋਵੇ ਵੀ ਜਿਹੜਾ ਪੈਸਾ ਤੁਸੀਂ ਲੁੱਟਿਆ ਇਹ ਪੈਸਾ ਤੁਹਾਡਾ ਰੁਪਈਆ ਜਿਹੜਾ ਉੱਤੇ ਆ ਜਾਏਗਾ। ਹੁਣ ਤੁਸੀਂ ਦੇਖੋ ਇਹ ਜਿਹੜੇ ਪਲਾਟ ਨੇ ਉਹ ਕੋਈ 1000 ਗਜ ਦਾ, ਕੋਈ 1600 ਗਜ ਦਾ, ਜਿਹੜੇ ਕਿ ਗੁਲਮੋਹਰ ਟਾਊਨਸ਼ਿਪ ਨੂੰ ਵੇਚਦੇ ਜਦ ਕਿ ਇੱਥੇ ਇੰਡਸਟਰੀ ਲੱਗਣੀ ਸੀ। ਹੁਣ ਇੰਡਸਟਰੀ ਨੂੰ ਪ੍ਰਫੁੱਲਤ ਕੀਤਾ ਜਾਣਾ, ਪਰ ਇਹ ਜਿਹੜੇ ਇਹ ਨਾ ਗਿੱਧ ਨਜ਼ਰਾਂ ਰੱਖਦੇ ਆਪਣੀਆਂ, ਗਿੱਧ ਵਾਲੀ ਇਹਨਾਂ ਦੀ ਨਜ਼ਰ ਆ ਵੀ ਕਿੱਥੋਂ ਮਾਲ ਆ ਸਕਦਾ, ਉੱਥੋਂ ਮਾਲ ਕਮਾ ਲਈਏ ਜੀ। ਹੁਣ ਜਿਹੜੇ ਭੱਜੇ ਨੇ ਉਹਨਾਂ ਦਾ ਲੁੱਕ ਆਊਟ ਜਿਹੜਾ ਸਰਕੂਲਰ ਜਾਰੀ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਸੀ। ਇਹ ਜਿਹੜੇ ਤਿੰਨਾਂ ਦੀ ਮੈਂ ਨਾਂ ਲਿਆ ਤੁਹਾਨੂੰ ਦੱਸਿਆ, ਜਗਦੀਪ, ਗੁਰਪ੍ਰੀਤ ਤੇ ਰਜੇਸ਼, ਇਹ ਐਸਾ ਹੁਣ ਪਤਾ ਚੱਲ ਰਿਹਾ ਕਿ ਇਹ ਆਪਣੇ ਮੋਬਾਈਲ ਫੋਨ ਜਿਹੜੇ ਨਾ ਉਹ ਘਰ ਛੱਡ ਗਏ, ਹੋਰ ਕੋਈ ਨੰਬਰ ਲੈ ਕੇ ਗਏ ਨੇ ਤਾਂ ਕਿ ਪੁਲਿਸ ਨੂੰ ਗਮਰਾਹ ਕੀਤਾ ਜਾਏ ਵੀ ਇਹਨਾਂ ਦੀ ਲੋਕੇਸ਼ਨ ਕਿੱਥੇ ਬੋਲਦੀ ਹੈ। ਹੁਣ ਇਸੇ ਕਰਕੇ ਇਹਨਾਂ ਦਾ ਲੁੱਕ ਆਊਟ ਨੋਟਿਸ ਸਰਕੂਲਰ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਤੇ ਨਾਲ ਦੀ ਨਾਲ ਹੁਣ ਇਹ ਦੇਖੋ ਨਾ, ਇਹ ਸਾਰਾ ਮਾਮਲਾ ਖੁੱਲੇਗਾ ਉਦੋਂ, ਸਾਫ਼ ਉਦੋਂ ਹੋਏਗਾ ਜਦੋਂ ਇਹ ਸਾਰੀਆਂ ਪਰਤਾਂ ਖੁੱਲਣਗੀਆਂ ਵੀ ਉਹ 125 ਜਿਹੜੇ ਪਲਾਟ ਹੈ ਉਹ ਕਿੰਨੇ ਲਏ। ਹੁਣ ਐਸੇ ਆਰੋਪ ਲੱਗ ਰਹੇ, ਉਹ ਸੱਚਾਈ ਕਿੰਨੀ ਹੈ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ। ਵੀ ਬਹੁਤ ਸਾਰੇ ਆਈਐਸ ਅਫਸਰ, ਆਈਪੀਐਸ ਅਫਸਰਾਂ ਨੇ ਤੇ ਮੰਤਰੀਆਂ ਦੇ ਰਿਸ਼ਤੇਦਾਰਾਂ ਨੇ ਦੇ ਨਾਵਾਂ ਤੇ ਇਹ ਪਲਾਟ ਦੇ ਦਿੱਤੇ ਗਏ। ਹੁਣ ਭ੍ਰਸ਼ਟਾਚਾਰ ਇਹ ਕਰਦੇ ਨੇ ਆਪੋ 'ਚ ਹੀ ਮਿਲ ਜੁਲ ਕੇ ਵੀ ਨਾ ਤੂੰ ਮੈਨੂੰ ਪੁੱਛੀ ਨਾ ਮੈਂ ਤੈਨੂੰ ਪੁੱਛਾਂ। ਹੁਣ ਅਜੇ ਤੇ ਮਾਮਲਾ ਹੀ ਦਰਜ ਹੋਇਆ, ਹੁਣ ਜਾਂਚ ਤੋਂ ਬਾਅਦ ਅਦਾਲਤ 'ਚ ਸਾਬਤ ਹੋਣਾ ਹੈ। ਅਦਾਲਤ ਵੱਲੋਂ ਕਿਸੇ ਨੂੰ ਆਰੋਪੀ ਮਤਲਬ ਠਹਿਰਾਇਆ ਜਾਂਦਾ ਜਾਂ ਨਹੀਂ ਠਹਿਰਾਇਆ ਜਾਂਦਾ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿਸ ਤਰ੍ਹਾਂ ਹੁਣ ਸਰਕਾਰ ਕੰਮ ਕਰ ਰਹੀ ਹੈ ਵੀ ਬਹੁਤ ਸਾਰੇ ਕੇਸ ਖੁੱਲ ਰਹੇ ਨੇ, ਜਿਵੇਂ ਤੁਹਾਨੂੰ ਪਤਾ ਪਹਿਲੇ ਸਿੰਚਾਈ ਘੁਟਾਲਾ ਖੁੱਲਿਆ, ਟੈਂਡਰ ਘੁਟਾਲਾ ਖੁੱਲਿਆ, ਦਰਖਤਾਂ ਦੇ ਪੈਸੇ ਕਟਾਈ ਦੇ ਪੈਸੇ ਲਏ ਜਾਂਦੇ ਸੀ, ਬਹੁਤ ਸਾਰੇ ਸਾਬਕਾ ਮੰਤਰੀਆਂ ਦੀ ਜਿਹੜੀ ਵਿਜੀਲੈਂਸ ਜਾਇਦਾਦ ਦੀ ਜਾਂਚ ਕਰਾਈ ਜਾ ਰਹੀ ਹੈ। ਵੀ ਕਿਤੇ ਨਾ ਕਿਤੇ ਲੱਗਦਾ ਹੈਗਾ ਵੀ ਪੰਜਾਬ ਨੂੰ ਇਹ ਇੱਕ ਘੁਣ ਲੱਗਿਆ ਸੀ ਤੇ ਹੁਣ ਉਹ ਸਰਕਾਰ ਕੋਸ਼ਿਸ਼ ਤੇ ਕਰ ਰਹੀ ਹੈ, ਪਰ ਇਹ ਵੀ ਬੜਾ ਵੱਡਾ ਸਵਾਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਅਫਸਰਾਂ ਦਾ ਸਾਥ ਮਿਲ ਪਾਏਗਾ। ਕਿਉਂਕਿ ਇਹ ਫਿਰ ਮੁੜ ਕੇ ਜਿੰਨੇ ਵੀ ਇਹ ਜਦੋਂ ਇਹ ਸ਼ਿਕੰਜਾ ਕੱਸਦੇ ਹੈ ਤੇ ਤੁਹਾਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਇਹ ਲੋਕ ਸਹਾਰਾ ਲੈਂਦੇ ਆ ਯੂਨੀਅਨਸ ਦਾ ਤੇ ਹੜਤਾਲ ਤੇ ਚਲੇ ਜਾਂਦੇ ਆ। ਐਕਸਾਈਜ਼ ਵਾਲੇ ਹੜਤਾਲ ਤੇ ਚਲੇ ਗਏ ਤੇ ਫੂਡ ਸਪਲਾਈ ਵਾਲੇ ਵੀ ਹੜਤਾਲ ਤੇ ਚਲੇ ਗਏ ਸੀਗੇ, ਰੈਵਨਿਊ ਵਾਲੇ ਵੀ ਹੜਤਾਲ ਤੇ ਚਲੇ ਗਏ ਸੀਗੇ। ਇਸ ਕਰਕੇ ਕਿਤੇ ਇਦਾਂ ਨਾ ਹੋਵੇ ਵੀ ਇਹਨਾਂ ਦੀਆਂ ਮੁਸ਼ਕਲਾਂ ਵੱਧ ਜਾਣ। ਤੇ ਹੁਣ ਦੇਖੋ ਆਉਣ ਵਾਲਾ ਸਮਾਂ ਕੀ ਦਾ, ਕਿਉਂਕਿ ਵਿਜੀਲੈਂਸ ਕੋਲ ਵੀ ਨਾ ਇੱਕ ਸੀਮਿਤ ਸਟਾਫ ਹੈ। ਜਾਂ ਤੇ ਸਰਕਾਰ ਨੂੰ ਵਿਜੀਲੈਂਸ ਦੀ ਜਿਹੜੀ ਟੀਮ ਹੈ ਉਹਦੇ 'ਚ ਵਾਧਾ ਕਰਨਾ ਚਾਹੀਦਾ ਹੈ, ਕਿਉਂਕਿ ਇਹ ਜਿੰਨੇ ਵੀ ਪੈਂਡਿੰਗ ਮਾਮਲੇ ਨੇ, ਹੁਣ ਵੈਸੇ ਜਿਹੜੀ ਕਹਿੰਦੇ ਵੀ ਪ੍ਰੀਵੈਂਸ਼ਨ ਐਕਟ ਦੇ ਤਹਿਤ ਜਿਹੜੀ ਕਿਉਂ ਨਹੀਂ ਪਰਮਿਸ਼ਨ ਲਈ, ਤੇ ਪਰ ਇਹ ਵੀ ਦੇਖੋ ਨਾ, ਜੇ ਵਿਜੀਲੈਂਸ ਪਰਮਿਸ਼ਨ ਮੰਗਦਾ ਤੇ ਫਾਈਲਾਂ ਦੱਬ ਕੇ ਬਹਿ ਜਾਂਦੇ ਆ, ਪਰਮਿਸ਼ਨ ਦਿੰਦੇ ਨਹੀਂ। ਹੁਣ ਇਹ ਬਹੁਤ ਵੱਡਾ ਦੇਖੋ ਇਹ ਹੈਗਾ ਕਿ ਕਿਸ ਤਰ੍ਹਾਂ 700-800 ਕਰੋੜ ਰੁਪਏ ਦਾ ਨੁਕਸਾਨ ਹੋਇਆ ਸਰਕਾਰ ਨੂੰ। ਹੁਣ ਜਦੋਂ ਸਾਹਮਣੇ ਇੱਕ ਇੱਕ ਕਰਕੇ ਫਾਈਲ ਆਏਗੀ ਤੇ ਫਿਰ ਹੀ ਪਤਾ ਲੱਗੇਗਾ। ਡਾਕਟਰ ਸਾਹਿਬ, ਮਾਨ ਸਰਕਾਰ ਵੱਲੋਂ ਬਿਜਲੀ ਫ੍ਰੀ ਦਿੱਤੀ ਗਈ ਹੈ ਜੀ, ਤੇ ਕਿਤੇ ਨਾ ਕਿਤੇ ਲੱਗਦਾ ਜਿਵੇਂ ਗਰਮੀਆਂ ਦੇ ਵਿੱਚ ਲਾਗਤ ਬਹੁਤ ਜ਼ਿਆਦਾ ਹੁੰਦਾ, ਬਿਜਲੀ ਦੀ ਲਾਗਤ ਬਹੁਤ ਜ਼ਿਆਦਾ ਹੁੰਦੀ ਹੈ, ਤੇ ਹੋ ਰਿਹਾ ਇਹਦੇ ਉਲਟ। ਇੱਥੇ ਸਰਦੀਆਂ ਦੇ ਵਿੱਚ ਡਿਮਾਂਡ ਬਹੁਤ ਵੱਧ ਰਹੀ ਹੈ। ਦੇਖੋ ਕਹਿੰਦੇ ਨਾ ਵੀ ਮੁਫਤਖੋਰੀ ਜਿਹੜੀ ਹੈ ਨਾ ਉਹ ਰਾਸ ਜਿਹੜੀ ਹੈ ਕਿਸੇ ਨੂੰ ਆਉਂਦੀ ਹੈ। ਜਦੋਂ ਮੁਫਤ ਦੀ ਚੀਜ਼ ਹੈ ਤੁਹਾਨੂੰ ਪਤਾ ਨਾ ਬਿੱਲ ਨਹੀਂ ਦੇਣਾ। ਸਾਨੂੰ ਪਤਾ ਵੀ ਅਸੀਂ ਬੱਤੀਆਂ ਦਾ ਬਿੱਲ ਦੇਣਾ ਤੇ ਜਿਹੜੇ ਕਮਰੇ ਚੋਂ ਅਸੀਂ ਉੱਠ ਕੇ ਆਏ ਆ ਉਹ ਵਾਲੀਆਂ ਬੱਤੀਆਂ ਬੰਦ ਕਰਾਂਗੇ, ਹੀਟਰ ਨਹੀਂ ਲਾਵਾਂਗੇ। ਹੁਣ ਇੱਥੇ ਦੇਖੋ ਨਾ, ਮੈਂ ਰਿਪੋਰਟ ਪੜ੍ਹ ਰਿਹਾ ਸੀ ਇੱਕ, ਵੀ ਜੇ ਅਸੀਂ ਪਿਛਲੇ ਸਾਲ ਨਾਲ ਕੰਪੈਰੀਜ਼ਨ ਕਰੀਏ ਤੇ 21 ਜਨਵਰੀ ਦੇ ਵਿੱਚ ਮੈਗਾਵਾਟ ਜਿਹੜੇ ਵੱਧ ਗਏ ਨੇ। ਹੁਣ ਦੇਖੋ ਪਿਛਲੇ ਸਾਲ ਜਿਹੜੇ ਸੀਗੇ ਉਹ 2023 ਚ 1 ਜਨਵਰੀ ਨੂੰ ਜਿਹੜੀ ਡਿਮਾਂਡ ਸੀਗੀ ਉਹਦੇ ਮੁਤਾਬਕ ਪਿਛਲੇ ਸਾਲ 1 ਜਨਵਰੀ ਨੂੰ ਜਿਹੜੀ ਡਿਮਾਂਡ ਸੀਗੀ
7052 ਮੈਗਾਵਾਟ ਸੀ, ਜਿਹੜੀ ਕਿ ਹੁਣ 2023 ਚ ਇਸੇ ਦਿਨ 7444 ਮੈਗਾਵਾਟ ਹੈ, 6% ਵੱਧ ਹੈ। 2 ਜਨਵਰੀ ਨੂੰ ਜੇ ਪਿਛਲੇ ਸਾਲ 6325 ਸੀ ਤੇ ਇਸ ਵਾਰੀ 7846 ਹੋ ਗਈ। 3 ਜਨਵਰੀ ਨੂੰ 6391 ਮੈਗਾਵਾਟ ਸੀਗੀ ਡਿਮਾਂਡ, ਇਸ ਵਾਰੀ 7885 ਹੋ ਗਈ, ਯਾਨੀ ਕਿ 23% ਵੱਧ ਗਈ। 4 ਜਨਵਰੀ ਨੂੰ ਇਹ ਵੱਧ ਜਾਂਦੀ ਹੈ ਕਰੀਬ 38%। ਪਿਛਲੇ ਸਾਲ 6321 ਸੀਗੀ, ਇਸ ਵਾਰੀ 8736 ਜਿਹੜੀ ਹੈ ਉਹ ਮੈਗਾਵਾਟ ਦੀ ਜਿਹੜੀ ਡਿਮਾਂਡ ਵੱਧ ਗਈ ਹੈ। ਮਤਲਬ ਤੁਸੀਂ ਦੇਖੋ ਸਰਕਾਰ ਹਰ ਜਗ੍ਹਾ ਜਿੱਥੇ ਜਾਂਦੀ ਹੈ ਉਹ ਇਹ ਜਿਹੜਾ ਪ੍ਰਚਾਰ ਕਰਦੀ ਹੈ ਵੀ 90 ਜਿਹੜੇ % ਲੋਕ ਹੈ ਉਹਨਾਂ ਦਾ ਜ਼ੀਰੋ ਬਿੱਲ ਆ ਰਿਹਾ, ਵੀ ਠੀਕ ਹੈ ਤੁਸੀਂ ਉਹਨਾਂ ਨੂੰ ਜ਼ਰੂਰ ਦਿਓ ਬੱਤੀ ਜਿਹੜੇ ਫ੍ਰੀ, ਜਿਹੜੇ ਕਿ ਜ਼ਰੂਰਤਮੰਦ ਨੇ। ਫ੍ਰੀ ਸੇਲ ਲੱਗੀ ਹੋਈ ਹੈ ਵੀ ਕਿਉਂਕਿ ਅਸੀਂ ਵੋਟਾਂ ਲੈਣੀਆਂ ਤੇ ਰਾਜ ਕਰਨਾ ਹੈ। ਹੁਣ ਬਿਜਲੀ ਬੋਰਡ ਜਿਹੜਾ ਹੈ ਉਹ ਕਰਜ਼ ਦੇ ਤਲੇ ਦਬ ਰਿਹਾ। ਹੁਣ ਇੱਕ ਦਿਨ ਪਹਿਲੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਬਿਜਲੀ ਮੰਤਰੀ ਜਿਹੜੇ ਹਰਭਜਨ ਸਿੰਘ ਈਟੀ ਹੋਏ, ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਵੀ ਦਫ਼ਤਰਾਂ ਦੇ ਵਿੱਚ ਹੀਟਰ ਚੱਲ ਰਹੇ ਨੇ, ਉਹ ਲੋਕ ਹੀਟਰ ਚਲਾਉਂਦੇ ਨੇ ਜਿਹਦਾ ਬਿੱਲ ਮੰਨ ਲਓ 25 ਤਰੀਕ ਤੱਕ ਆਇਆ ਹੁੰਦਾ ਹੈ 150 ਯੂਨਿਟ ਤੱਕ ਦਾ, ਉਹਨੂੰ ਪਤਾ ਵੀ ਮੇਰੀ 150 ਯੂਨਿਟ ਹੁਣ ਫ੍ਰੀ ਹੈ, ਉਹ ਦਿਨ ਰਾਤ ਫਿਰ ਹੀਟਰ ਚਲਾਉਂਦਾ ਹੈ। ਕਹਿੰਦਾ ਵੀ ਚਲੋ ਅੱਜ ਹੀਟਰ ਹੀ ਚਲਾਓ, ਹੀਟਰ ਤੇ ਸਬਜ਼ੀ ਬਣਾਓ, ਹੀਟਰ ਤੇ ਹੀ ਚਾਹ ਵੀ ਬਣਾਓ, ਤੇ ਕਿਉਂਕਿ ਗੈਸ ਜਿਹੜਾ 1000 ਰੁਪਏ ਦਾ ਸਿਲੰਡਰ ਹੋ ਗਿਆ, ਇਸ ਕਰਕੇ ਵੀ ਕਹਿੰਦੇ ਨਾ ਇਹ ਕਿਹਾ ਜਾ ਰਿਹਾ ਵੀ ਬਿਜਲੀ ਬੋਰਡ ਦਾ ਜਿਹੜਾ ਦਮ ਨਿਕਲ ਰਿਹਾ। ਹੁਣ ਜਿਹੜਾ ਦੇਖੋ ਘਾਟਾ, ਜੇ ਸਰਕਾਰ ਨੇ ਕਰੋੜਾਂ ਰੁਪਏ ਉਹਨਾਂ ਨੂੰ ਸਬਸਿਡੀ ਦੇ ਦੇਣੇ ਵੀ ਹੈ, ਉਹ ਕਿਹਦੇ ਸਿਰ ਪੈਣੇ ਆ? ਅਲਟੀਮੇਟਲੀ ਪੈਸੇ ਜਾਂ ਤੁਹਾਡੇ ਸਿਰ ਪੈਣੇ ਜਾਂ ਮੇਰੇ ਸਿਰ ਪੈਣੇ। ਫ੍ਰੀ ਇੱਥੇ ਕੁਝ ਨਹੀਂ ਆਂਦਾ। ਮਤਲਬ ਤੁਸੀਂ ਫ੍ਰੀ ਲੋਕਾਂ ਨੂੰ ਕਹਿ ਕੇ ਇਹ ਭਰਮ ਜ਼ਰੂਰ ਪੈਦਾ ਕਰ ਸਕਦੇ ਹੋ ਵੀ ਉਹਨਾਂ ਨੂੰ ਫ੍ਰੀ ਦੇਤੀ, ਪਰ ਤੁਸੀਂ ਦੂਜੇ ਪਾਸੇ ਟੈਕਸ ਵਧਾ ਦਿਓਗੇ, ਕਿਤੇ ਨਾ ਕਿਤੇ ਤੇ ਟੈਕਸ ਦੇਣ। ਤੁਹਾਨੂੰ ਇਹ 32 ਸੀ ਪਹਿਲੇ ਵੀ ਬੇਨਤੀ ਕੀਤੀ ਸੀ ਸਰਕਾਰ ਨੂੰ ਵੀ ਸਸਤੀ ਕਰਨੀ ਚਾਹੀਦੀ ਹੈ, ਵੀ ਜਿਹੜਾ ਬੰਦਾ ਪੈਸੇ ਦਿੰਦਾ ਹੈ, ਜਿਹੜਾ ਬਿੱਲ ਦੇ ਰਿਹਾ ਤੁਹਾਡਾ, ਉਹਦਾ ਕੀ ਕਸੂਰ ਹੈ? ਹੁਣ ਤੁਸੀਂ ਸਮਝੌਤਿਆਂ ਦੀ ਗੱਲ ਕਰਦੇ ਸੀ, ਉਹ ਸਮਝੌਤੇ ਰੱਦ ਕਿਉਂ ਨਹੀਂ ਕੀਤੇ ਗਏ? ਉਹ ਵੀ ਬੜੇ ਵੱਡੇ ਸਵਾਲ ਤੇ ਕਈ ਨੇ, ਪਰ ਫਿਰ ਗੱਲ ਹੋਈ ਹੈ ਤੇ ਹੁਣ ਬਾਜ਼ਾਰ ਦੇ ਵਿੱਚ ਹੀਟਰਾਂ ਦੀ ਡਿਮਾਂਡ ਵੀ ਵੱਧ ਗਈ ਹੈ, ਬਲੋਰਾਂ ਦੀ ਡਿਮਾਂਡ ਵੱਧ ਗਈ ਹੈ, ਗੀਜ਼ਰਾਂ ਦੀ ਡਿਮਾਂਡ ਵੱਧ ਗਈ ਹੈ, ਕਿਉਂਕਿ ਉਹ ਕਹਿੰਦਾ ਵੀ ਫ੍ਰੀ ਹੈ ਤੇ ਫ੍ਰੀ ਚਲਾਓ। ਤੇ ਪਰ ਅਲਟੀਮੇਟਲੀ ਜਿਹੜਾ ਇਹ ਬੋਝ ਹੈ, ਸਰਕਾਰ ਨੂੰ 30,000 ਕਰੋੜ ਰੁਪਏ ਦਾ ਕਰਜ਼ਾ ਲੈਣਾ ਪੈ ਗਿਆ। ਮਤਲਬ ਇਹ ਸਾਰੀਆਂ ਗੱਲਾਂ ਸਰਕਾਰ ਨੂੰ ਸੋਚਣੀਆਂ ਪੈਣਗੀਆਂ, ਨਹੀਂ ਤੇ ਹਰ ਸਾਲ 5 ਸਾਲ ਬਾਅਦ ਕੀ ਰਾਜ ਕਰਕੇ ਚਲ ਜਾਣਗੇ, ਨਵੇਂ ਆ ਜਾਣਗੇ, ਨਵੇਂ ਆਣਗੇ, ਉਹ ਪੁਰਾਣਿਆਂ ਨੂੰ ਗਾਲਾਂ ਕੱਢਣਗੇ। ਜਿਵੇਂ ਇਹ ਕਹਿੰਦੇ ਵੀ ਪੁਰਾਣਿਆਂ ਨੇ ਕੋਈ ਨਹੀਂ ਕੀਤਾ ਜੀ, 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ, ਇਹਨਾਂ ਨੇ ਆਪਣੇ ਘਰ ਭਰੇ। ਪਰ ਹੁਣ ਦੇਖੋ ਸਾਡੀ ਫੇਰ ਇਹੀ ਹੈ ਅਪੀਲ ਹੈ ਸਰਕਾਰ ਨੂੰ ਵੀ ਸਸਤੀ ਚੀਜ਼ ਦਿਓ। ਫ੍ਰੀ ਚੀਜ਼ ਜਦੋਂ ਤੁਸੀਂ ਕਿਸੇ ਨੂੰ ਦਿੰਦੇ ਹੋ ਉਹਨਾਂ ਨੂੰ ਕਦਰ ਨਹੀਂ ਰਹਿੰਦੀ ਜੀ। ਡਾਕਟਰ ਸਾਹਿਬ ਕ੍ਰਿਸ਼ਨ ਕੁਮਾਰ ਜਿਹੜੇ ਕਿ IAS ਅਧਿਕਾਰੀ ਨੇ, ਤੇ ਉਹਨਾਂ ਕੋਲ ਜਿਹੜਾ ਮਾਈਨਿੰਗ ਵਿਭਾਗ ਵਾਪਸ ਲੈ ਲਿਆ ਗਿਆ। ਦੇਖੋ ਕ੍ਰਿਸ਼ਨ ਕੁਮਾਰ ਬੜਾ, ਇਹਨਾਂ ਦਾ ਨਾਮ ਬੜੇ ਨਾ ਇਮਾਨਦਾਰ ਅਫਸਰਾਂ ਚ ਆਉਂਦਾ ਜੀ। ਤੁਹਾਨੂੰ ਇਹ ਵੀ ਯਾਦ ਹੋਣਾ ਜਦੋਂ ਇਹ ਸੀਗੇ ਪਹਿਲੇ ਐਜੂਕੇਸ਼ਨ ਸੈਕਟਰੀ ਵੀ ਰਹੇ ਨੇ, ਉਦੋਂ ਬੜਾ ਸੁਧਾਰ ਕੀਤਾ ਇਹਨਾਂ ਨੇ। ਹੁਣ ਇਹਨਾਂ ਕੋਲੋਂ ਇਹ ਡਿਪਾਰਟਮੈਂਟ ਵਾਪਸ ਲੈ ਕੇ ਇਹਦਾ ਸੀਗਾ ਮਾਈਨਿੰਗ ਡਿਪਾਰਟਮੈਂਟ ਦਾ, ਇਹਨਾਂ ਕੋਲ ਐਡੀਸ਼ਨਲ ਚਾਰਜ ਸੀਗਾ। ਇਹ IAS ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੂੰ ਦੇਤਾ ਹੈ। ਕ੍ਰਿਸ਼ਨ ਕੁਮਾਰ ਉਹਨਾਂ ਕੋਲ ਸਿਰਫ ਹੁਣ ਜਿਹੜਾ ਉਹ ਇਰੀਗੇਸ਼ਨ ਡਿਪਾਰਟਮੈਂਟ ਹੀ ਦੇਖਣਗੇ, ਕਿਉਂਕਿ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਰੇਤ ਮਾਫੀਆ ਨੂੰ ਲੈ ਕੇ ਸਰਕਾਰ ਦੀ ਕਾਫੀ ਫਜ਼ੀਲਤ ਹੋਈ ਵੀ ਰੇਤ ਸਸਤੀ ਲੋਕਾਂ ਨੂੰ ਹਜੇ ਤੱਕ ਨਹੀਂ ਮਿਲ ਰਹੀ। ਕਿਤੇ ਦੁਕਾਨ ਖੋਲ ਰਹੇ ਨੇ, ਕਿਤੇ ਡੀਪੂ ਖੋਲਣ ਦੀ ਗੱਲ ਕਰ ਰਹੇ ਨੇ, ਕਿਤੇ ਕਹਿ ਰਹੇ ਨੇ ਵੀ ਅਸੀਂ ਰੇਟ ਇੰਨਾ ਕਰਤਾ ਹੈ, ਪਰ ਜ਼ਮੀਨ ਤੇ ਹਕੀਕਤ ਜਿਹੜੀ ਹੈ ਉਹ ਕਿਤੇ ਨਜ਼ਰ ਨਹੀਂ ਆ ਰਹੀ। ਲੋਕ ਤਰਾਈ ਕਰ ਰਹੇ ਨੇ। ਹੁਣ ਇਸ ਕਰਕੇ ਇਹਨਾਂ ਨੂੰ ਹੁਣ ਉਥੋਂ ਬਦਲਤਾ ਗਿਆ ਤੇ ਇਹ ਕਹਿੰਦੇ ਵੀ ਸਿਰਫ ਤੇ ਸਿਰਫ ਹੁਣ ਤੁਸੀਂ ਇਰੀਗੇਸ਼ਨ ਡਿਪਾਰਟਮੈਂਟ ਦੇਖੋਗੇ। ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਗੁਰਕੀਰਤ ਕਿਰਪਾਲ ਸਿੰਘ ਲਾਏ ਗਏ ਹੈ, ਇਹ ਪਹਿਲੇ ਫੂਡ ਐਂਡ ਸਪਲਾਈ ਡਿਪਾਰਟਮੈਂਟ 'ਚ ਵੀ ਰਹਿ ਚੁੱਕੇ ਹਨ। ਫੂਡ ਐਂਡ ਸਪਲਾਈ ਡਿਪਾਰਟਮੈਂਟ ਦੇ ਵਿੱਚ ਵੀ ਦੇਖੋ ਟੈਂਡਰ ਘੁਟਾਲਾ ਹੋਇਆ ਸੀਗਾ। ਇਹ ਵੀ ਇਮਾਨਦਾਰ ਅਧਿਕਾਰੀ ਕਹੇ ਜਾਂਦੇ। ਇਮਾਨਦਾਰ ਅਧਿਕਾਰੀਆਂ ਦੀ ਕਮੀ ਕੋਈ ਨਹੀਂ ਹੈ। ਹੁਣ ਇਰੀਗੇਸ਼ਨ ਘੁਟਾਲਾ ਜਿਹਦੇ ਵਿੱਚ 3 ਸਾਬਕਾ IAS ਅਫਸਰ ਫਸੇ ਹੋਏ ਨੇ, KBS ਸਿੱਧੂ ਉਹਨਾਂ ਨੂੰ ਪੁੱਛਗਿੱਛ ਹੋ ਚੁੱਕੀ ਹੈ, ਕਾਨ ਸਿੰਘ ਪੰਨੂ ਕੋ ਪੁੱਛਗਿੱਛ ਹੋ ਚੁੱਕੀ ਹੈ। 9 ਜਨਵਰੀ ਨੂੰ ਫਿਰ ਆਪਣੇ ਸਰਵੇਸ਼ ਕੌਸ਼ਲ ਨੂੰ ਬੁਲਾਇਆ ਹੋਇਆ ਹੈ। ਮਤਲਬ ਕੁੱਲ ਮਿਲਾ ਕੇ ਦੇਖੋ ਨਾ, IAS ਜੇ ਦੋਨਾਂ ਚੋਂ ਇੱਕ ਇਮਾਨਦਾਰ ਹੋ ਜੇ ਡਿਪਾਰਟਮੈਂਟ ਦੇ ਵਿੱਚ, ਚਾਹੇ ਉਹ ਮੰਤਰੀ ਹੋਵੇ ਚਾਹੇ ਉਹ ਜਿਹੜਾ ਸੈਕਟਰੀ ਹੋਵੇ, ਉਹ ਭ੍ਰਸ਼ਟਾਚਾਰ ਹੋ ਹੀ ਨਹੀਂ ਸਕਦਾ। ਕਿਉਂਕਿ ਜਦੋਂ ਉੱਪਰ ਭ੍ਰਸ਼ਟਾਚਾਰ ਚੱਲ ਰਿਹਾ ਨਾ, ਥੱਲੇ ਭ੍ਰਸ਼ਟਾਚਾਰ ਆਪੇ ਹੋਣਾ ਹੈ। ਉਹਦੇ ਵਿੱਚ ਉਹ ਫਿਰ ਇੱਕ ਚੇਨ ਬਣ ਜਾਂਦੀ ਹੈ। ਸਭ ਤੁਸੀਂ ਦੇਖੋ ਨਾ ਕਿਸ ਤਰ੍ਹਾਂ ਪੈਸੇ ਉਹ ਅਧਿਕਾਰੀ ਲੱਗੇ ਹੋਏ ਨੇ ਜਿਹੜੇ ਕਿ ਰੰਗੇ ਹੱਥੀਂ ਫੜੇ ਗਏ, ਵੀ ਉਹਨਾਂ ਨੂੰ ਤੁਸੀਂ ਘਰ ਭੇਜੋ, ਡਿਸਮਿਸ ਕਰੋ ਨਾ। ਵੀ ਕਿਉਂ ਤੁਹਾਡੀ ਉਹਨਾਂ ਦੀ ਪਾਲਿਸੀ ਲਿਬਰਲ ਕਿਉਂ ਜਾਂਦੀ ਹੈ ਉਹਨਾਂ ਦੀ? ਵੀ ਜਦੋਂ ਤੁਸੀਂ ਵਿਪਕਸ਼ 'ਚ ਹੁੰਦੇ ਹੋ ਤਾਂ ਗੱਲਾਂ ਹੋਰ ਕਰਦੇ ਹੋ, ਜਦੋਂ ਸੱਤਾ 'ਚ ਆ ਜਾਂਦੇ ਹੋ ਉਦੋਂ ਗੱਲਾਂ ਹੋਰ ਕਰਦੇ ਹੋ ਜੀ। ਪੰਜਾਬ 'ਚ ਕੁਝ ਐਸੇ ਪ੍ਰੋਜੈਕਟ ਵੀ ਨੇ ਜਿਨ੍ਹਾਂ ਨੂੰ ਮਨਜ਼ੂਰੀ ਨਾ ਮਿਲਣ ਕਰਕੇ 31,000 ਕਰੋੜ ਦੇ ਪ੍ਰੋਜੈਕਟ ਅਜੇ ਵੀ ਰੁਕੇ ਪਏ ਨੇ।
ਹਾਂ ਇਹ ਕਹਿੰਦੀ ਨੈਸ਼ਨਲ ਹਾਈਵੇ ਪ੍ਰੋਜੈਕਟ ਆ ਉਹ ਜਿਹੜੇ ਆਉਣੇ 23 ਹੈਗੇ ਆ ਪ੍ਰੋਜੈਕਟ ਹੈਗੇ ਆ ਜਿਹੜੇ ਕਿ ਉਹਨਾਂ ਦੀ ਜਿਹੜੀ ਕੀਮਤ ਹੈ 31,000 ਕਰੋੜ ਰੁਪਏ ਕਹੀ ਜਾ ਰਹੀ ਹੈ ਜੀ। ਹੁਣ ਇਹਨਾਂ ਚੋਂ 16 ਪ੍ਰੋਜੈਕਟ ਐਸੇ ਨੇ ਜਿਹੜੇ ਕਿ 21,000 ਕਰੋੜ ਦੇ ਨੇ ਜਿਨ੍ਹਾਂ ਦੇ ਐਗਰੀਮੈਂਟ ਨੈਸ਼ਨਲ ਹਾਈਵੇ ਆਫ ਇੰਡੀਆ ਅਥਾਰਟੀ ਆਫ ਇੰਡੀਆ ਦੇ ਨਾਲ ਸਾਈਨ ਵੀ ਹੋ ਚੁੱਕੇ ਹਨ ਪਰ ਉਹ ਲੇਟ ਹੋ ਰਹੇ ਹਨ ਕਿਉਂਕਿ ਜ਼ਮੀਨਾਂ ਕਈ ਜਗ੍ਹਾ ਤੇ ਐਕਵਾਇਰ ਕੀਤੀਆਂ ਗਈਆਂ ਐਕੁਇਜ਼ੀਸ਼ਨ ਪ੍ਰੋਸੈਸ ਜਿਹੜਾ ਕੀਤਾ ਗਿਆ ਮਤਲਬ ਪੈਸੇ ਵੀ ਦੇ ਦਿੱਤੇ ਗਏ ਉਹ ਬੜਾ ਸਲੋ ਹੈ ਵੀ ਕਈ ਥਾਵਾਂ ਤੇ ਕੰਪਨਸੇਸ਼ਨ ਦੇ ਦਿੱਤੀ ਗਈ ਹੈ ਜ਼ਮੀਨਾਂ ਦੇ ਰੇਟ ਦਿੱਤੇ ਗਏ ਹੁਣ ਦੇਖੋ ਨਾ ਕਈ ਵਾਰੀ ਕਿਸਾਨ ਅੜ ਜਾਂਦੇ ਨੇ ਵੀ ਸਾਨੂੰ ਵਾਜਬ ਰੇਟ ਨਹੀਂ ਮਿਲ ਰਹੇ ਇਸ ਕਰਕੇ ਅਸੀਂ ਆਪਣੀਆਂ ਜ਼ਮੀਨਾਂ ਅਕਵਾਇਰ ਨਹੀਂ ਹੋਣ ਦੇਣਗੀਆਂ ਤੇ ਉਹ ਇਸ ਜਿਹਦਾ ਨੁਕਸਾਨ ਕਿਤੇ ਨਾ ਕਿਤੇ ਪੰਜਾਬ ਦੀ ਡਿਵੈਲਪਮੈਂਟ ਹੁੰਦਾ ਵੀ ਇਹ ਵੀ ਨਾ ਇੱਕ ਦੇਖੋ ਇੱਕ ਕਮੇਟੀ ਬਣਨੀ ਚਾਹੀਦੀ ਹੈ ਪਹਿਲੇ ਫਾਰਮਰ ਮੰਨ ਜਾਂਦੇ ਨੇ ਬਾਅਦ ਚੋਂ ਬਦਲ ਜਾਂਦੇ ਨੇ ਇਹ ਤਾਂ ਡਿਪਾਰਟਮੈਂਟ ਜਾਂ ਸਰਕਾਰ ਹੀ ਬਿਹਤਰ ਜਾਂਦੀ ਹੈ ਇਹਦੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਸਰਕਾਰ ਨੂੰ ਵੀ ਕਿਹਾ ਵੀ ਸਾਨੂੰ ਹਰ ਰੋਜ਼ ਟੋਲ ਪਲਾਜ਼ਾ ਬੰਦ ਹੋਣ ਕਾਰਨ ਦੇ ਕਾਰਨ 1 ਕਰੋੜ 33 ਲੱਖ ਰੁਪਏ ਦਾ ਨੁਕਸਾਨ ਰੋਜ਼ ਹੋ ਰਿਹਾ ਹੁਣ ਇਹ ਵੀ ਪੈਸਾ ਦੇਖੋ ਉਹਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਛੱਡਣਾ ਤਾਂ ਹੈ ਨਹੀਂ ਤੇ ਸਾਡੀ ਇਹ ਬੇਨਤੀ ਹੈ ਵੀ ਜਿਹੜੀਆਂ ਵੀ ਜੋ ਵੀ ਇਹ ਮਾਮਲੇ ਹੈ ਇਹ ਜਿਹੜੇ ਆ ਇਹਨਾਂ ਦਾ ਜਲਦੀ ਨਿਪਟਾਰਾ ਹੋਣਾ ਚਾਹੀਦਾ ਤਾਂ ਕਿ ਜਿਹੜੇ ਵੀ ਪ੍ਰੋਜੈਕਟ ਨੇ ਚਾਹੇ ਉਹ ਬਠਿੰਡਾ ਅੰਮ੍ਰਿਤਸਰ ਫੋਰ ਲੇਨ ਦੀ ਗੱਲ ਹੈ ਚਾਹੇ ਉਹ ਦਿੱਲੀ ਕਰੜਾ ਹਾਈਵੇ ਬਣਨਾ ਹੈ ਵੀ ਉਹਨਾਂ ਤੇ ਕੰਮ ਹੋ ਸਕੇ ਨਹੀਂ ਤੇ ਬਾਅਦ ਦੇ ਵਿੱਚੋਂ ਫਿਰ ਜਿਹੜੀਆਂ ਉੱਪਰੋਂ ਗ੍ਰਾਂਟਾਂ ਆਉਣੀਆਂ ਹੁੰਦੀਆਂ ਜਾਂ ਫਿਰ ਜਿਹੜੇ ਕੰਮ ਕਰ ਰਹੇ ਹੁੰਦੇ ਆ ਏਜੰਸੀਆਂ ਵੀ ਕੰਮ ਕਰ ਰਹੀਆਂ ਹੁੰਦੀਆਂ ਉਹਨਾਂ ਦਾ ਮਨੋਬਲ ਡਿੱਗ ਜਾਂਦਾ ਹੈ ਜੀ। ਸਾਹਿਬ ਮਾਨ ਸਰਕਾਰ ਇੱਕ ਪਾਸੇ ਤੇ ਸਟੇਜਾਂ ਤੋਂ ਦਾਅਵਾ ਕਰਦੀ ਹੈ ਕਿ 25,000 ਨੌਕਰੀ ਦਿੱਤੀ ਹੈ ਤੇ ਦੂਜੇ ਪਾਸੇ ਇਹਨਾਂ ਨੇ ਇਸ ਦੇ ਉਲਟ ਜਿਹੜੇ ਠੇਕੇ ਤੇ ਮੁਲਾਜ਼ਮ ਨੇ ਉਹਨਾਂ ਖਿਲਾਫ ਚਿੱਠੀ ਲਿਖ ਦਿੱਤੀ ਹੈ। ਹਾਂ ਮੈਂ ਨਾ ਕੱਲ ਮਾਨ ਸਾਹਿਬ ਦੇਖੋ ਨਾ ਦਾਅਵਾ ਕਰਦੇ ਵੀ ਅਸੀਂ 9 ਮਹੀਨਿਆਂ ਦੇ ਵਿੱਚ 5,353 ਨੌਕਰੀਆਂ ਦੇ ਦਿੱਤੀਆਂ ਉਹਨਾਂ ਨੇ ਵੱਖਰੇ ਡਿਪਾਰਟਮੈਂਟ ਦੀ ਵੀ ਗੱਲ ਦੱਸੀ ਵੀ ਕਿੱਥੇ ਨੌਕਰੀਆਂ ਕੱਲ ਵੀ ਤੁਹਾਨੂੰ ਯਾਦ ਹੀ ਹੈ ਵੀ 3910 ਜਿਹੜੇ ਟੀਚਰ ਨੇ ਉਹਨਾਂ ਨੂੰ ਉਹਨਾਂ ਨੌਕਰੀਆਂ ਦਿੱਤੀਆਂ ਪਰ ਤੁਸੀਂ ਇਹ ਦੇਖੋ ਨਾ ਜਿਹੜੇ ਪਨਬਸ ਦੇ ਜਾਂ ਕੁਝ ਮੁਲਾਜ਼ਮ ਨੇ ਇਸ ਰੋਡਵੇਜ਼ ਦੇ ਜਿਹੜੇ ਠੇਕੇ ਤੇ ਰੱਖੇ ਗਏ ਨੇ ਉਹ ਹੜਤਾਲ ਤੇ ਚਲੇ ਜਾਂਦੇ ਆ ਹੁਣ ਮੰਤਰੀ ਜਿਹੜੇ ਨੇ ਟਰਾਂਸਪੋਰਟ ਮਿਨਿਸਟਰ ਲਾਲਜੀਤ ਭੁੱਲਰ ਉਹਨਾਂ ਦੇ ਆਦੇਸ਼ਾਂ ਦੇ ਨਾਲ ਹੀ ਇੱਕ ਚਿੱਠੀ ਲਿਖੀ ਗਈ ਹੈ ਤੇ ਕਿਹਾ ਗਿਆ ਵੀ ਜਿਹੜੇ ਬੰਦੇ ਇਹ ਦੇਖੋ ਨਾ ਜਿਹੜੇ ਬੰਦੇ ਇਸ ਤਰ੍ਹਾਂ ਧਰਨੇ ਦਿੰਦੇ ਨੇ ਜੀ ਤੇ ਉਹ ਆਖੇ ਨਹੀਂ ਲੱਗਦੇ ਉਹਨਾਂ ਨੂੰ ਨੌਕਰੀਆਂ ਤੋਂ ਫਰਕ ਕਰਤਾ ਜਾਵੇ ਜੀ ਪਰ ਦੇਖੋ ਤੁਸੀਂ ਇਹ ਆਪ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਇਹਦਾ ਜਨਮ ਵੀ ਇੱਕ ਅੰਦੋਲਨ ਚ ਹੋਇਆ ਸੀਗਾ ਅੰਨਾ ਹਜ਼ਾਰੇ ਸਾਹਿਬ ਨੇ ਅੰਦੋਲਨ ਕੀਤਾ ਸੀ ਲੋਕਪਾਲ ਬਿੱਲ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਦੇ ਖਿਲਾਫ ਤੇ ਹੁਣ ਜਦੋਂ ਅੰਦੋਲਨ ਕਰਦੇ ਆ ਦੂਜੇ ਪਾਸੇ ਇਹ ਆਉਂਦੇ ਆ ਤੇ ਫਿਰ ਇਹਨਾਂ ਦਾ ਦੋਹਰਾ ਮਾਪਦੰਡ ਹੈ ਵੀ ਕਿਉਂ ਇਹ ਸਵਾਲ ਉੱਠਣ ਲੱਗੇ ਆ ਵੀ ਆਖਿਰਕਾਰ ਕੀ ਜਦੋਂ ਕਿਸੇ ਨਾਲ ਤੁਸੀਂ ਵਾਅਦਾ ਕਰੋਗੇ ਐਸੇ ਲੋਕ ਨੇ ਜਿਹੜੇ ਕਈ ਸਾਲਾਂ ਤੋਂ ਕੰਟਰੈਕਟ ਤੇ ਲੱਗੇ ਹੋਏ ਆ ਉਹਨਾਂ ਨੂੰ ਪਹਿਲੇ ਸਰਕਾਰਾਂ ਵਾਅਦੇ ਤੇ ਕਰ ਦਿੰਦੀਆਂ ਵੀ ਤੁਹਾਨੂੰ ਪੱਕਿਆਂ ਕੀਤਾ ਜਾਊਗਾ ਜਾਂ ਤੁਹਾਡੀਆਂ ਤਨਖਾਹਾਂ ਵਧਾਈਆਂ ਜਾਣਗੀਆਂ ਨਾ ਉਹਨਾਂ ਦੀ ਤਨਖਾਹਾਂ ਵਧਦੀਆਂ ਨਾ ਉਹਨਾਂ ਨੂੰ ਪੱਕਿਆਂ ਕੀਤਾ ਜਾਂਦਾ ਹੁਣ ਜਿਹੜਾ ਬੰਦਾ ਵਿਚਾਰਾ 10-15 ਸਾਲ ਜਿਹਨੇ ਨੌਕਰੀ ਕੀਤੀ ਹੈ ਉਹ ਨਾ ਇੱਧਰ ਦਾ ਰਹਿੰਦਾ ਨਾ ਉੱਧਰ ਦਾ ਰਹਿੰਦਾ ਨਾ ਉਹ ਆਪਣਾ ਕੰਮ ਕਰਨ ਜੋਗਾ ਇਸ ਕਰਕੇ ਉਹ 6000 ਤੋਂ ਵੱਧ ਮੁਲਾਜ਼ਮ ਐਸੀ ਰਿਪੋਰਟ ਹੈ ਵੀ ਉਹ ਹੈਗੇ ਨੇ ਕੰਟਰੈਕਟ ਬੇਸਿਸ ਤੇ ਜਦ ਕਿ ਇਹਨਾਂ ਨੇ ਮਾਨ ਸਾਹਿਬ ਨੇ ਆਪ ਕਿਹਾ ਸੀ ਵੀ ਜਦੋਂ IAS ਅਫਸਰ ਠੇਕੇ ਤੇ ਨਹੀਂ ਹੋ ਸਕਦਾ ਜਾਂ IPS ਵੱਡਾ ਅਫਸਰ ਠੇਕੇ ਤੇ ਨਹੀਂ ਹੋ ਸਕਦਾ ਤੇ ਇਹ ਕਰਮਚਾਰੀ ਠੇਕੇ ਤੇ ਕਿਉਂ ਹੁਣ ਮਾਨ ਸਾਹਿਬ ਨੂੰ ਚਾਹੀਦਾ ਹੈ ਦੇਖੋ ਵੀ ਇਹਨਾਂ ਲੋਕਾਂ ਦੀ ਵੀ ਗੱਲ ਸੁਣਨ ਵੀ ਜੇ ਉਹ ਆਪਣੀ ਧਰਨੇ ਤੇ ਜਾਂਦੇ ਨੇ ਵੀ ਤੇ ਉਹਨਾਂ ਨੂੰ ਦੂਜੇ ਪਾਸੇ ਇਹ ਕਹਿਤਾ ਜਾਂਦਾ ਵੀ ਤੁਹਾਨੂੰ ਫਰਕ ਕਰਤਾ ਜਾਏਗਾ ਮੈਂ ਨਹੀਂ ਸਮਝਦਾ ਕਿ ਉਹ ਕਿਤੇ ਠੀਕ ਹੈ ਹਾਈ ਕੋਰਟ ਨੇ ਨਸ਼ੇ ਨੂੰ ਲੈ ਕੇ ਇੱਕ ਵਾਰ ਫਿਰ ਟਿੱਪਣੀ ਕੀਤੀ ਹੈ हाँ जी मैं ना पढ़ रही सी जस्टिस नमित कुमार ने कल केस की सुनवाई कर रहे हैं उन्होंने देखो टिप्पणी की है भी नशा इस कदर वध गया पंजाब दे विच वैसे तो नशा पूरे वर्ल्ड की समस्या है देश की की कहनी है पर पंजाब दे विच नशा लगातार वध रहा है मैं फिर कोट करूँगा बनवारी लाल पुरोहित इत्थे आने अमृतसर दे विच यूनीवर्सिटी दे विच एक प्रैस कॉन्फ्रेंस करते हैं एक साइड ते उन्होंने नाल DGP जिहड़े ने अपने इस वेले ऑफिशिएटिंग गौरव यादव वो होंगे हैं एक नाल उन्होंने होंगे हैं विजय कुमार जंजुआ जो चीफ सैकटरी ने हुण वो कहते भी पहले जिहड़ा नशा कालजां तक मिलता ही उन्होंने स्कूलों तक पहुँच गया यूथ नशे का शिकार हो गया उन्हें जस्टिस नमित कुमार ने आख्या भी आखिरकार साडी पुलिस ते जांच एजेंसियां करके रही हैं वैसे तो तुहानूं भी याद होना है कि कुछ दिन पहले मुख्यमंत्री भगवंत मान ने बैठक की सी पुलिस अधिकारियों नाल ते वड्डे अफसरां दे नाल जदों उन्होंने कहा सीगा भी जे
ਇਹ ਜਿਹੜੇ ਨਸ਼ਾ ਤਸਕਰ ਨੇ, ਜਿਹੜੇ ਇਹ ਕੰਮ ਕਰਨੋਂ ਬਾਜ਼ ਨਹੀਂ ਆਉਂਦੇ, ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾਣ। ਉਹਨਾਂ ਇਹ ਵੀ ਕਿਹਾ ਸੀਗਾ ਵੀ ਜੇ ਕੋਈ ਅਮੈਂਡਮੈਂਟ ਕਰਨ ਦੀ ਲੋੜ ਹੈ ਲਾਅ ਦੇ ਵਿੱਚ ਤੇ ਉਹ ਲਾਅ ਦੇ ਵਿੱਚ ਵੀ ਅਮੈਂਡਮੈਂਟ ਕਰੋ, ਪਰ ਇਹ ਨਸ਼ੇ ਦੇ ਜਿਹੜੇ ਤਸਕਰ ਨੇ ਉਹਨਾਂ ਨੂੰ ਫੜੋ, ਕਿਉਂਕਿ ਵੱਡੀਆਂ ਮਗਰਮੱਛੀਆਂ ਫੜੋ। ਪਰ ਇਹਦੇ ਨਾਲ ਇਹ ਵੀ ਸਵਾਲ ਹੈ ਵੀ ਸਰਕਾਰ ਉਸ ਰਿਪੋਰਟ ਨੂੰ ਖੁਲਵਾਉਣ ਲਈ ਕੀ ਪ੍ਰਯਾਸ ਕਰ ਰਹੀ ਹੈ, ਜਿਹੜੀ ਕਿ ਕਈ ਸਾਲਾਂ ਤੋਂ ਲਿਫਾਫਾ ਬੰਦ ਕੋਰਟ ਦੇ ਵਿੱਚ ਪਈ ਹੋਈ ਹੈ। ਉਹਨੂੰ ਕਿਉਂ ਨਹੀਂ ਖੁਲਵਾਇਆ ਜਾ ਰਿਹਾ, ਉਹਨੂੰ ਕਿਉਂ ਨਹੀਂ ਨਸ਼ਰ ਕੀਤਾ ਜਾ ਰਿਹਾ? ਨਾਲ ਦੀ ਨਾਲ ਇਹ ਵੀ ਕਈ ਵਾਰੀ ਕੇਸ ਸਾਹਮਣੇ ਆਉਂਦੇ ਵੀ ਕਈ ਪੁਲਿਸ ਵਾਲੇ ਐਸੇ ਨੇ ਜਿਹੜੇ ਕਿਸੇ ਨੂੰ ਫਸਾ ਦਿੰਦੇ ਨੇ, ਕਿਸੇ ਦੇ ਉੱਪਰ ਉਹਨੂੰ ਗਲਤ ਕੇਸ ਪਾ ਦਿੰਦੇ ਨੇ ਕਿ ਉਹਨਾਂ ਪੁਲਿਸ ਅਧਿਕਾਰੀਆਂ ਦੀ ਵੀ ਪ੍ਰਾਪਰਟੀਆਂ ਜ਼ਬਤ ਹੋਣਗੀਆਂ। ਜਿਹੜੇ ਕਿਸੇ ਨਾਲ ਧੱਕਾ ਕਰਦੇ ਨੇ, ਗਲਤ ਕੇਸ ਰਜਿਸਟਰ ਕਰਦੇ ਨੇ, ਉਹਨਾਂ ਅਧਿਕਾਰੀ ਦੇ ਖਿਲਾਫ ਸਰਕਾਰ ਕੀ ਐਕਸ਼ਨ ਲਏਗੀ? ਸਰਕਾਰ ਨੂੰ ਉਧਰ ਵੀ ਆਉਣਾ ਚਾਹੀਦਾ ਹੈ। ਹੁਣ ਇਹ ਕੇਸ ਹੈਗਾ ਹੀ ਇੱਕ ਨਾ NDPS ਐਕਟ ਦਾ ਮਾਮਲਾ ਦਰਜ ਹੁੰਦਾ ਹੈ 8 ਨਵੰਬਰ 2022 ਨੂੰ ਮਲੇਰਕੋਟਲੇ। ਉਸੇ ਮਾਮਲੇ ਦੀ ਬੇਲ 'ਚ ਸੁਣਵਾਈ ਕਰ ਰਹੇ ਹੁੰਦੇ ਹੋ। ਤੁਹਾਨੂੰ ਵੀ ਦੱਸ ਦਿਆਂ ਮੈਂ, ਇਹ ਪਹਿਲੇ ਇਸੇ ਬੇਲ ਨੂੰ ਸੰਗਰੂਰ ਦੇ ਸੈਸ਼ਨ ਜੱਜ ਤੋਂ ਰੱਦ ਕਰਤਾ ਜਾਂਦਾ। ਇਹ 8 ਦਸੰਬਰ ਨੂੰ ਇਹਦੀ ਸੁਣਵਾਈ ਹੋ ਚੁੱਕੀ ਹੈ ਪਹਿਲੇ। ਇਹਦੀ ਹੋਈ ਉਹਨਾਂ ਨੇ ਬੇਲ ਲਾਈ ਸੀਗੀ, ਜਿਹਨੂੰ ਬਾਅਦ 'ਚ ਉਹਨਾਂ ਨੇ ਖਾਰਿਜ ਕਰਤਾ। ਤੇ ਪਰ ਇਹ ਉਹਨਾਂ ਨੇ ਬੜੀ ਸਖਤ ਟਿੱਪਣੀ ਕੀਤੀ ਹੈ ਵੀ ਸਰਕਾਰ ਨੂੰ ਇਹਦੇ ਤੇ ਸਖਤ ਹੋਣਾ ਚਾਹੀਦਾ। ਪੁਲਿਸ ਤੇ ਏਜੰਸੀਆਂ ਕਰ ਕੀ ਰਹੀਆਂ ਵੀ ਵੱਡੇ ਮਗਰਮੱਛ ਫੜੋ। ਜਦੋਂ ਯੂਥ ਤੁਹਾਡਾ ਨਸ਼ੇ 'ਚ ਚੱਲ ਜਾਊਗਾ ਤੇ ਫਿਰ ਕੀ ਕਰੋਗੇ? ਜੀ ਕਾਂਗਰਸ ਪ੍ਰਧਾਨ ਜੀ ਜਿਹੜੇ ਰਾਜਾ ਵੜਿੰਗ ਨੇ, ਪੰਜਾਬ ਪ੍ਰਧਾਨ ਨੇ, ਉਹ ਅੱਜ ਕੱਲ ਕਾਫੀ ਸਟੇਜਾਂ ਤੋਂ ਬੋਲ ਰਹੇ ਨੇ ਆਪਣੇ ਲੀਡਰਾਂ ਖਿਲਾਫ। ਨਹੀਂ, ਆਪਣੇ ਨਹੀਂ ਬੋਲ ਰਹੇ, ਆਪਣੇ ਉਹਨਾਂ ਦੇ ਕਦੀ ਉਸ ਕਾਂਗਰਸ 'ਚ ਰਹੇ ਨੇ ਜਿਹੜੇ ਹੁਣ ਕਾਂਗਰਸ ਨੂੰ ਛੱਡ ਗਏ, ਜਿਹੜੇ ਭਾਜਪਾ ਚਲੇ ਗਏ, ਉਹਨਾਂ ਦੇ ਖਿਲਾਫ ਬੋਲ ਰਹੇ ਨੇ। ਉਹਨਾਂ ਮੈਂ ਉਹਨਾਂ ਦਾ ਭਾਸ਼ਣ ਸੁਣਿਆ ਸੀ। ਦੇਖੋ ਨਾ, ਉਹ ਕਹਿੰਦੇ ਵੱਡੇ ਵੱਡੇ ਲੋਕਾਂ ਦਾ ਭੁਲੇਖਾ ਲੋਕਾਂ ਨੇ ਕੱਢ ਦਿੱਤਾ ਕਿ ਜੀ ਹੈ। ਉਹਨੇ ਵੀ ਪਹਿਲੇ ਕਾਂਗਰਸ ਨੇ ਗਲਤੀ ਕੀਤੀ ਸੀ ਵੀ ਕਾਂਗਰਸ ਨੇ ਇਹਨਾਂ ਲੀਡਰਾਂ ਨੂੰ ਪਾਰਟੀ ਠੇਕੇ ਤੇ ਦੇਤੀ ਸੀ ਜੀ। ਉਹਨਾਂ ਨਾਂ ਲਿਆ ਫਿਰ ਖਾਸ ਤੌਰ ਤੇ ਬਲਬੀਰ ਸਿੰਘ ਸਿੱਧੂ ਦਾ, ਜਿਹੜੇ ਕਿ ਕਾਂਗਰਸ ਦੇ ਜਦੋਂ ਸਰਕਾਰ ਸੀਗੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਉਹ ਸਿਹਤ ਮੰਤਰੀ ਰਹਿ ਚੁੱਕੇ ਨੇ। ਤੁਹਾਨੂੰ ਇਹ ਵੀ ਯਾਦ ਹੋਣਾ ਕੁਝ ਦਿਨ ਪਹਿਲੇ ਬਲਬੀਰ ਸਿੰਘ ਸਿੱਧੂ ਦੇ ਖਿਲਾਫ ਵਿਜੀਲੈਂਸ ਜਾਂਚ ਦੀ ਗੱਲ ਵੀ ਸਾਹਮਣੇ ਹੋਈ ਹੈ। ਇਹ ਵੀ ਆਰੋਪ ਲੱਗੇ ਉਹਨਾਂ ਤੇ ਵੀ 500 ਕਰੋੜ ਰੁਪਏ ਦੀ ਬੁਪਰੀਨੋਰਫਿਨ ਗਾਇਬ ਹੋਈ ਸੀ ਜਦੋਂ ਉਹ ਸਿਹਤ ਮੰਤਰੀ ਸੀਗੇ। ਉਹਦੀ ਜਾਂਚ ਵੀ ਹੋਣੀ ਚਾਹੀਦੀ ਹੈ। ਵੀ ਉਹਨਾਂ ਨੇ ਬਹੁਤ ਸਾਰੀ ਸ਼ਾਮਲਾਟ ਜ਼ਮੀਨ ਤੇ ਕਬਜ਼ਾ ਕਰ ਲਿਆ, ਉਹਦੀ ਜਾਂਚ ਵੀ ਹੋਣੀ ਚਾਹੀਦੀ ਹੈ। ਹਾਲਾਂਕਿ ਉਹਨਾਂ ਨੇ ਬਾਅਦ 'ਚ ਇਹਨਾਂ ਸਾਰੇ ਆਰੋਪਾਂ ਨੂੰ ਨਕਾਰਿਆ ਸੀ। ਹੁਣ ਦੇਖੋ ਨਾ, ਉਹ ਕਹਿੰਦੇ ਵੀ ਇਹਨਾਂ ਨੂੰ ਜ਼ਮੀਨ ਦਿੱਤੀ ਠੇਕੇ ਤੇ ਗਿਰਦਾਵਰੀ ਇਹਨਾਂ ਨੇ ਆਪਣੇ ਨਾਂ ਕਰਾ ਲਈ। ਮੈਂ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕਹਿ ਰਿਹਾ, ਮੇਰਾ ਭਰਾ ਮੇਅਰ, ਉਹਨਾਂ ਭਰਾ ਵੱਲੋਂ ਕਹਿ ਰਹੇ ਜਿਨ੍ਹਾਂ ਦੀ ਹੁਣ ਕਿ ਮੁਹਾਲੀ ਦੇ ਮੇਅਰ ਤੋਂ ਉਹਨਾਂ ਨੂੰ ਮੇਅਰਸ਼ਿਪ ਤੋਂ ਲਾਤਾ ਕਿਉਂਕਿ ਉਹਨਾਂ ਦੀ ਸਦੱਸਤਾ ਰੱਦ ਕਰ ਦਿੱਤੀ ਗਈ। ਮੁੰਡਾ ਮੇਰਾ ਪ੍ਰਧਾਨ, ਉਹ ਕਹਿੰਦੇ ਵੀ 80 ਜਿਹੜੇ % ਰਾਜਨੇਤਾ ਨਾ, ਉਹਨਾਂ ਦੀ ਸਕੀਮ ਇਹੋ ਹੀ ਆ ਵੀ ਆਪਣੇ ਇਲਾਕੇ 'ਚ ਕਿਸੇ ਨੂੰ ਉੱਠਣ ਨਾ ਦਿਓ, ਵੀ ਮੈਂ ਹੀ ਹਾਂ, ਵੀ ਜੇ ਕੋਈ ਉੱਠੇ ਉਹਨੂੰ ਕੁਚਲ ਦਿਓ। ਉਹਨਾਂ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹੈ ਵੀ ਜੇ ਕੋਈ ਉੱਠਦਾ, ਉਹ ਨਹੀਂ ਮੰਨਦਾ ਤੇ ਉੱਤੇ ਪਰਚੇ ਦਰਜ ਕਰਾ ਦਿਓ। ਵੀ ਇਹਨਾਂ ਨੇ ਆਪਣਾ ਏਕਾਧਿਕਾਰ ਬਣਾਇਆ ਹੈ। ਉਹਨਾਂ ਕਿਹਾ ਵੀ ਮੈਂ ਕਾਂਗਰਸ ਪਾਰਟੀ ਜਿਹੜੀ ਠੇਕੇ ਤੇ ਦੇ ਦਿੱਤੀ ਸੀ, ਇਹ ਕਾਂਗਰਸ ਨੂੰ ਠੇਕੇ ਤੋਂ ਛੁਡਾਊਂਗਾ ਤੇ ਆਮ ਬੰਦੇ ਜਿਹੜੇ ਆ ਵਰਕਰ ਆ ਉਹਨਾਂ ਨੂੰ ਟਿਕਟਾਂ ਦਿਆਂਗਾ। ਉਹ ਨਾਲੇ ਵੀ ਕਹਿੰਦੇ ਆ ਵੀ ਕਹਿੰਦੇ ਇਹਨਾਂ ਨੇ ਇੰਨਾ ਲੁੱਟਿਆ ਤੇ ਕੁੱਟਿਆ ਤੇ ਮਤਲਬ ਲੋਕੀ ਤਰਾਈ ਕਰ ਗਏ। ਤੇ ਇਹ ਤਾਂ ਹੀ ਤੇ ਕਹਿੰਦੇ ਵੀ ਲੋਕਾਂ ਨੇ ਇਹਨਾਂ ਨੂੰ ਘਰ ਬਾਤਾ। ਆਪਣੇ ਕਹਿੰਦੇ ਵੀ ਇਲਾਕਿਆਂ 'ਚ ਇਹਨਾਂ ਨੇ ਕਬਜ਼ੇ ਕੀਤੇ ਹੋਏ ਸਨ। ਉਹਨਾਂ ਨੇ ਬਾਦਲਾਂ ਦੀ ਵੀ ਗੱਲ ਕੀਤੀ ਨਾਲ, ਕਹਿੰਦੇ ਸਾਰਿਆਂ ਨੂੰ ਵੇਖੋ ਲੋਕਾਂ ਨੇ ਘਰ ਬਾ ਦਿੱਤਾ। ਹੁਣ ਇੱਕ ਨਵੀਂ ਕਾਂਗਰਸ ਦਾ ਜਨਮ ਹੋਊਗਾ। ਹੁਣ ਅੱਜ ਕੱਲ ਤੁਸੀਂ ਇਹ ਵੀ ਦੇਖੋ, ਮੈਂ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਦਲਿਆ ਹੋਇਆ ਸਰੂਪ ਦੇਖ ਰਿਹਾ। ਅੱਜ ਕੱਲ ਉਹ ਪੱਗ ਬੰਨ ਕੇ ਰੱਖਦੇ ਆ ਜੀ, ਜਦ ਕਿ ਪਹਿਲੇ ਜਦੋਂ ਟਰਾਂਸਪੋਰਟ ਮਿਨਿਸਟਰ ਸੀਗੇ, ਬਹੁਤ ਵਾਰੀ ਸਾਡੀ ਉਹਨਾਂ ਨਾਲ ਗੱਲ ਵੀ ਹੋਈ ਹੈ, ਉਦੋਂ ਪੱਗ ਨਹੀਂ ਸੀ ਬੰਨ੍ਹਦੇ। ਪਰ ਹੁਣ ਉਹਨਾਂ ਨੂੰ ਲੱਗਦਾ ਸ਼ਾਇਦ ਵੀ ਇੱਕ, ਕਿਉਂਕਿ ਜਦੋਂ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਸੀ ਸੁਨੀਲ ਜਾਖੜ ਨੂੰ, ਤੇ ਇਹ ਆਇਆ ਸੀ ਵੀ ਨਹੀਂ ਉਹ ਹਿੰਦੂ ਹੈ ਚਿਹਰਾ ਦੇ, ਇਸ ਕਰਕੇ ਅੰਬਿਕਾ ਸੋਨੀ ਨੇ ਕਿਉਂਕਿ ਵਿਰੋਧ ਕੀਤਾ ਸੀ, ਇਸ ਕਰਕੇ ਉਹ ਪੱਗ, ਉਹਨਾਂ ਨੂੰ ਪੱਤਰਕਾਰ ਪੁੱਛਦੇ ਵੀ ਨੇ ਤੇ ਉਹ ਕਹਿੰਦੇ ਵੀ ਕਿਉਂ ਮੇਰੇ ਪੱਗ ਬੰਨ੍ਹਣਾ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ। ਹੁਣ ਦੇਖੋ ਨਾ, ਆਕਰਮਕ ਹੋਏ ਨੇ ਕਿਉਂਕਿ ਰਾਹੁਲ ਗਾਂਧੀ ਦੀ ਯਾਤਰਾ ਆ ਰਹੀ ਹੈ, ਭਾਰਤ ਜੋੜੋ ਯਾਤਰਾ 11 ਤਰੀਕ ਨੂੰ, ਤੇ ਇਸ ਕਰਕੇ ਹੁਣ ਉਹ ਬਹੁਤ ਜੋਸ਼ ਖਰੋਸ਼ 'ਚ ਜਾ ਰਹੇ ਹੈ ਤਾਂ ਕਿ ਵਰਕਰਾਂ ਦੇ ਵਿੱਚ ਜੋਸ਼ ਭਰਿਆ ਜਾ ਸਕੇ। ਰਾਜਸਥਾਨ ਕਾਂਗਰਸ ਨੇ ਇੱਕ ਨਵਾਂ ਐਲਾਨ ਕੀਤਾ ਜੀ, ਕੀ ਹੈ ਉਹ ਐਲਾਨ? ਦੇਖੋ, ਪਹਿਲੇ ਤੇ ਕਾਂਗਰਸ ਦੀ ਲੜਾਈ ਜਿਹੜੀ ਹੈ ਰਾਜਸਥਾਨ ਦੇ ਵਿੱਚ, ਉਹ ਜਿਹੜੀ ਤੁਹਾਨੂੰ ਪਤਾ ਹੀ ਹੈ ਆਪਸ ਵਿੱਚ ਅਸ਼ੋਕ ਗਹਿਲੋਤ ਸਾਹਿਬ ਤੇ ਆਪਣੇ ਸਚਿਨ ਪਾਇਲਟ ਜੀ ਲੜ ਰਹੇ ਹਨ। ਹੁਣ ਇਹ ਕਹਿੰਦੇ ਵੀ ਅਸੀਂ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਵੀ ਜਿਹੜੇ ਘਰ ਘਰ ਜਾ ਕੇ ਸਰਕਾਰ ਪੁੱਛੂਗੀ ਵੀ ਤੁਹਾਨੂੰ ਦਵਾਈ ਪੈਨਸ਼ਨ ਮਿਲੇਗੀ ਜਾਂ ਨਹੀਂ ਮਿਲੇਗੀ, ਮਿਲੀ ਹੈ ਕਿ ਨਹੀਂ ਮਿਲੀ। ਵੀ ਕਹਿੰਦੇ ਵੀ ਐਸੀ ਅਥਾਰਟੀ ਬਣੇਗੀ, ਹਰ ਜ਼ਿਲ੍ਹੇ 'ਚ ਦਾ ਆਫਿਸ ਖੁੱਲੇਗਾ ਜਿਹੜਾ ਲੋਕਾਂ ਨੂੰ ਪੁੱਛੇਗਾ ਵੀ ਤੁਹਾਨੂੰ ਮੁਫਤ ਰਾਸ਼ਨ ਮਿਲਿਆ ਕਿ ਨਹੀਂ ਮਿਲਿਆ। ਵੀ ਕੋਈ ਫ੍ਰੀ ਰਾਸ਼ਨ ਦੇ ਬਦਲੇ ਤੁਹਾਡੇ ਕੋਲ ਪੈਸੇ ਤੇ ਨਹੀਂ ਮੰਗਦਾ। ਵੀ ਹਸਪਤਾਲ 'ਚ ਦਵਾਈ ਮਿਲਦੀ ਹੈ ਕਿ ਨਹੀਂ ਮਿਲਦੀ। ਵੀ ਡਾਕਟਰ ਬਾਹਰੋਂ ਦਵਾਈ ਲਿਖਦੇ ਕਿ ਨਹੀਂ ਲਿਖਦੇ। ਕਿ ਤੁਹਾਨੂੰ ਜਦੋਂ ਆਪਰੇਸ਼ਨ ਕਰਨਾ ਹੁੰਦਾ ਡਾਕਟਰ ਤੁਹਾਡੇ ਕੋਲੋਂ ਬਾਹਰੋਂ ਦਵਾਈਆਂ ਤੇ ਨਹੀਂ ਮੰਗਵਾਉਂਦੇ। ਹੁਣ ਹੈਗਾ ਕਿ ਇਹ ਸਾਰੇ ਸਵਾਲ ਅਫਸਰ ਜਿਹੜੇ ਆ
ਗਰਾਊਂਡ ਲੈਵਲ ਤੇ ਜਾ ਕੇ ਜਨਤਾ ਨੂੰ ਪੁੱਛਾਂਗੇ। ਹੁਣ ਇਹ ਕਾਗਜ਼ੀ ਕਾਰਵਾਈ ਹੋਏਗੀ ਜਾਂ ਵਾਕਈ ਇਹਨੂੰ ਜ਼ਮੀਨੀ ਤੇ ਉਹ ਤੇ ਜਿਹੜਾ ਆਏਗੀ ਹੈ, ਇਹ ਤੇ ਟਾਈਮ ਦੱਸੂਗਾ। ਪਰ ਜਿਹੜਾ ਦੇਖੋ ਨਾ, ਤੁਸੀਂ ਦੇਖੋ ਹੁਣ ਸਰਕਾਰ ਨੂੰ ਚੇਤਾ ਆ ਗਿਆ ਕਿਉਂਕਿ ਇਲੈਕਸ਼ਨ ਆ ਗਏ ਜੀ, ਤੇ ਜਦੋਂ ਇਲੈਕਸ਼ਨ ਨਹੀਂ ਹੁੰਦੇ ਉਦੋਂ ਸੁੱਤੇ ਸੀ ਇਹ 4 ਸਾਲ ਲੋਕ ਤਰਾਈ ਕਰਦੀ ਰਹੀ। ਤੁਹਾਡਾ ਐਂਟੀ ਕਰਪਸ਼ਨ ਜਿਹੜਾ ਬਿਊਰੋ ਦੇ ਜਿਹੜੇ ਤੁਹਾਡੇ ਚੀਫ ਨੇ, ਉਹ ਕਹਿੰਦੇ ਡੀਜੀ ਨੇ, ਉਹ ਕਹਿੰਦੇ ਨੇ ਵੀ ਅਸੀਂ ਹੁਣ ਜਿਹੜੇ ਬੰਦੇ ਫੜੇ ਜਾਣਗੇ ਭ੍ਰਸ਼ਟਾਚਾਰ ਦੇ ਵਿੱਚ ਉਹਨਾਂ ਦੇ ਨਾਮ ਸਾਰਵਜਨਿਕ ਨਹੀਂ ਕਰਾਂਗੇ, ਵੀਡੀਓ ਸਾਰਵਜਨਿਕ ਕਰਾਂਗੇ, ਜਦ ਕਿ ਪਹਿਲੇ ਆਪ ਹੀ ਵੀਡੀਓ ਬਣਾ ਕੇ ਦਿੰਦੇ ਰਹੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੋ ਜਦੋਂ ਇਲੈਕਸ਼ਨ ਆਉਂਦੇ ਨਾ ਕਹਿੰਦੇ ਉਦੋਂ ਇਹਨਾਂ ਦੇ ਰੁਖ ਹੋਰ ਹੁੰਦਾ, ਉਦੋਂ ਇਹਨਾਂ ਨੂੰ ਕਹਿੰਦਾ ਵੀ ਜਨਤਾ 'ਚ ਇਹਨਾਂ ਨੂੰ ਆਪਣਾ ਰੱਬ ਦਿਸਣ ਲੱਗ ਪੈਂਦਾ ਤੇ ਜਦੋਂ ਇਲੈਕਸ਼ਨ ਹੋ ਜਾਂਦੇ ਨੇ ਉਸ ਤੋਂ ਬਾਅਦ ਕਹਿੰਦੇ ਵੀ ਤੂੰ ਕੌਣ ਤੇ ਮੈਂ ਕੌਣ। ਤੁਸੀਂ ਵੀ ਦੇਖ ਲਓ ਇੱਥੇ ਪੰਜਾਬ 'ਚ ਇਲੈਕਸ਼ਨ ਹੁੰਦੇ ਜਦੋਂ ਵਿਧਾਨ ਸਭਾ ਕੋਈ ਚਾਹ ਪੀਂਦਾ ਕਿਸੇ ਦੇ ਨਾਲ, ਮੈਂ ਨਾਂ ਨਹੀਂ ਕਿਸੇ ਦਾ ਲੈਣਾ, ਕੋਈ ਕਿਸੇ ਨਾਲ ਰੋਟੀ ਖਾਂਦਾ, ਕੋਈ ਸਾਗ ਖਾਂਦਾ, ਹੁਣ ਤੁਸੀਂ ਦੇਖੋ ਨਾ ਇਹ ਲੱਭਦੇ ਕਿਸੇ ਨੂੰ। ਹੁਣ ਲੱਭਣਗੇ ਜਦੋਂ ਇਲੈਕਸ਼ਨ ਆਉਣਗੇ ਨਗਰ ਨਿਗਮ ਦੇ, ਫਿਰ ਲੱਭਣਗੇ ਤੁਹਾਨੂੰ 2024 ਦੇ ਵਿੱਚ ਜਦੋਂ ਇਲੈਕਸ਼ਨ ਆ ਜਾਣਗੇ। ਕਈ ਤੇ ਐਸੇ ਲੀਡਰ ਜਿੱਥੇ ਲੜ ਕੇ ਇਲੈਕਸ਼ਨ ਇੱਥੋਂ ਮੁੜ ਕੇ ਦਿੱਲੀ ਭੱਜ ਜਾਂਦੇ ਆ ਤੇ ਜਾਂ ਕਈ ਇੱਥੋਂ ਇਲੈਕਸ਼ਨ ਲੜਦੇ ਆ, ਉਹਨਾਂ ਆਪਣੇ ਘਰ ਬਾਹਰ ਲਏ, ਚੰਡੀਗੜ੍ਹ ਲਏ ਆ। ਮਤਲਬ ਇਹ ਸਾਰੀ ਸਭ ਜਿਹੜਾ ਨਾ ਲੋਕਾਂ ਨੂੰ ਲੁਭਾਵਨੇ ਕਹਿੰਦੇ ਨਾ ਰੇਵੜੀਆਂ ਵੰਡਣ ਵਾਲਾ ਕੰਮ ਹੈ। ਵੀ ਤੁਹਾਨੂੰ ਦੱਸਾਂਗੇ ਵੀ ਸਰਕਾਰ ਜਿਹੜੀ ਤੁਹਾਡੇ ਲਈ ਹੈ, ਪਰ ਤੁਸੀਂ ਸਾਰੀਆਂ ਸੁੱਖ ਸੁਵਿਧਾਵਾਂ ਲੈਂਦੇ ਹੋ, ਲੀਡਰ ਚਾਹੇ ਅਫਸਰ ਹੈ, ਠੀਕ ਹੈ, ਤੇ ਤੁਸੀਂ ਉਸ ਤੋਂ ਬਾਵਜੂਦ ਵੀ ਯਾਰ ਲੁੱਟਣ ਦੇ ਹੋ, ਭ੍ਰਸ਼ਟਾਚਾਰ ਕਰਦੇ ਹੋ। ਕੌਣ ਨਹੀਂ ਜਾਣਦਾ? ਅਸੀਂ ਤੇ ਵਾਰ-ਵਾਰ ਕਹਿੰਦੇ ਆ ਸਾਰੇ ਭ੍ਰਸ਼ਟ ਨਹੀਂ ਹੈ, ਇਮਾਨਦਾਰ ਵੀ ਹੈ, ਪਰ ਇਮਾਨਦਾਰਾਂ ਨੂੰ ਅੱਗੇ ਨਹੀਂ ਆਉਣ ਦਿੰਦੇ। ਵੀ ਤੁਸੀਂ ਇਹ ਦੇਖੋ ਨਾ, ਜਿਵੇਂ ਤੁਹਾਨੂੰ ਸੁਣਾਇਆ ਵੀ ਪਹਿਲੇ ਮੇਰੀ ਕਹਿੰਦੇ ਪਹਿਲੀ ਵਾਰੀ ਜਿਹੜਾ ਇਲੈਕਸ਼ਨ ਲੜਦਾ ਉਹ ਕਹਿੰਦਾ ਵੀ 150 ਕਰੋੜ ਦੀ ਪ੍ਰਾਪਰਟੀ ਭਰਦੇ, ਕਹਿੰਦਾ ਮੈਂ ਪੁੱਛਦਾ ਯਾਰ ਤੇਰੇ ਕੋਲ ਤੇ ਇੰਨੇ ਪੈਸੇ ਨਹੀਂ, ਤੇਰਾ ਤੇ ਛੋਟਾ ਜਿਹਾ ਘਰ ਆ, ਕਹਿੰਦਾ ਕੋਈ ਨਹੀਂ ਜੇ ਮੈਂ ਜਿੱਤ ਗਿਆ ਨਾ ਫਿਰ ਮੇਰੀ ਇੰਨੀ ਪ੍ਰਾਪਰਟੀ ਹੋਈ ਜਾਣੀ ਹੈ। ਸੋ ਦੈਟ ਲੋਕਾਂ ਨੂੰ ਸਭ ਪਤਾ ਹੈ, ਪਰ ਲੋਕਾਂ ਦਾ ਵਸ ਨਹੀਂ ਚੱਲਦਾ। ਲੋਕ ਤੇ ਵਿਚਾਰੇ ਕੀ ਕਰਦੇ, ਲੋਕ ਵੋਟ ਪਾਉਂਦੇ ਆ, ਇੱਕ ਵਾਰੀ ਕਹਿੰਦੇ ਉਹ ਲੁੱਟ ਗਏ, ਦੂਜੀ ਵਾਰੀ ਉਹ ਲੁੱਟ ਗਏ, ਲੋਕਾਂ ਕੋਲ ਆਪਸ਼ਨ ਕੋਈ ਨਹੀਂ ਹੈ। ਕੀ ਬਦਲਾਵ ਨਜ਼ਰ ਆਇਆ ਤੇ ਪੰਜਾਬ ਦੇ ਵਿੱਚ ਲੋਕਾਂ ਨੇ ਸਾਰਿਆਂ ਨੂੰ ਲੱਤ ਮਾਰਤੀ ਹੈ। ਇਹ ਸਨ ਦੀਪਕ ਭੰਡਾਰੀ ਜਿਨ੍ਹਾਂ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਤੇ ਗੱਲਬਾਤ ਕੀਤੀ। ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫੇਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਜੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਵਧੀਆ ਲੱਗਦਾ ਤੇ ਇਸ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ। ਨਮਸਕਾਰ, ਸਤਿ ਸ਼੍ਰੀ ਅਕਾਲ।